ਬੀਇੰਗ ਅ ਟੀਚਰ ਪੇਜ ਤੇ ਜੇ ਕੋਈ ਸਾਥੀ ਦੇਖ ਸੁਣ ਰਹੇ ਨੇ ਦੇਖ ਸੁਣ ਪਾ ਰਹੇ ਨੇ ਤਾਂ ਪਲੀਜ਼ ਕਮੈਂਟ ਕਰ ਦੇਣ। ਬੇਸ਼ੱਕ ਇਹਦੇ ਤੇ ਕੁਝ ਕੁ ਸਕਿੰਟ ਲੱਗਣਗੇ ਤੁਹਾਡਾ ਕਮੈਂਟ ਮੇਰੇ ਤੱਕ ਪਹੁੰਚਣ 'ਚ, ਪਰ ਮੈਂ ਵੇਟ ਕਰਦੀ ਹਾਂ ਕਿ ਤੁਸੀਂ ਕੋਈ ਕਮੈਂਟ ਕਰੋ ਤੇ ਆਪਾਂ ਫਿਰ ਗੱਲ ਨੂੰ ਅੱਗੇ ਕਰ ਸਕੀਏ। ਪਹਿਲਾਂ ਤਾਂ ਮੈਂ ਬਹੁਤ ਇਸ ਗੱਲ ਲਈ ਮਾਫੀ ਵੀ ਚਾਹਣੀ ਆ। ਅਸਲ 'ਚ ਪ੍ਰੋਬਲਮ ਇਹ ਹੈ ਕਿ ਜਦੋਂ ਸਾਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਬਹੁਤ ਐਕਸਪਰਟ ਆ, ਰੋਜ਼ ਦਾ ਕੰਮ ਹੈ, ਅਸੀਂ ਅੱਜ ਕੱਲ੍ਹ ਇਹੀ ਕਰਦੇ ਹਾਂ, ਫੇਸਬੁੱਕ ਐਕਟਿਵਿਸਟ ਬਣੇ ਹੋਏ ਆ। ਅਸੀਂ ਇਹਨੂੰ ਹੱਸਦਿਆਂ ਹੋਇਆਂ ਕਹਿੰਦੇ ਹੁੰਦੇ ਆ ਕਿ ਅਸੀਂ ਫੇਸਬੁੱਕ ਐਕਟਿਵਿਸਟ ਬਣੇ ਹੋਏ ਆ ਅੱਜ ਕੱਲ੍ਹ। ਤੇ ਸਾਨੂੰ ਲੱਗਦਾ ਸੀਗਾ ਕਿ ਸਾਨੂੰ ਇਹਦੇ ਲਈ ਕੋਈ ਤਿਆਰੀ ਦੀ ਲੋੜ ਨਹੀਂ ਹੈ, ਪਰ ਮੌਕੇ ਤੇ ਕੋਈ ਸਮੱਸਿਆ ਇਸ ਤਰ੍ਹਾਂ ਦੀ ਆ ਗਈ। ਹਾਲੇ ਵੀ ਮੈਂ ਇਹਦੇ ਬਾਰੇ ਡਾਊਟਫੁਲ ਹਾਂ ਕਿ ਚੀਜ਼ਾਂ ਠੀਕ ਕਰ ਪਾਵਾਂਗੀ ਕਿ ਨਹੀਂ, ਕਿਉਂਕਿ ਇੱਕ ਸਮੱਸਿਆ ਮੇਰੀ ਫੋਨ ਦੀ ਬੈਟਰੀ ਨਾਲ ਵੀ ਅੱਜ ਹੀ ਸ਼ੁਰੂ ਹੋਈ ਆ। ਐਨੀਵੇਜ਼ ਆਪਾਂ ਮੈਨੂੰ ਇੰਨਾ ਕੁ ਦੱਸ ਦਿਓ ਕਿ ਮੈਂ ਕਿਉਂਕਿ ਮੇਰੇ ਕੋਲ ਹੁਣ 2-3 ਪੇਜ ਹੋ ਗਏ ਨੇ ਮੇਰੇ ਅਕਾਊਂਟ 'ਚ ਕਿ ਕੀ ਮੈਂ ਠੀਕ ਪੇਜ ਤੇ ਹਾਂ। ਓਕੇ, ਅਮਰੀਕ ਪਾਠਕ ਹੋਣਾ ਦਾ ਮੈਸੇਜ ਆ ਗਿਆ, ਇਟ ਮੀਨਸ ਕਿ ਮੈਂ ਠੀਕ ਪੇਜ ਤੇ ਹਾਂ ਤੇ ਹੋਪ ਕਿ ਮੇਰੀ ਆਵਾਜ਼ ਵੀ ਠੀਕ ਆ ਰਹੀ ਹੋਊਗੀ। ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਇਸ ਟੀਮ ਦਾ ਜਿਨ੍ਹਾਂ ਨੇ ਬੀਇੰਗ ਅ ਸਟੂਡੈਂਟ ਪੇਜ ਬਣਾਇਆ, ਇਹ ਗੱਲਬਾਤ ਸ਼ੁਰੂ ਕੀਤੀ ਆ, ਇਹਨਾਂ ਨੂੰ ਬਹੁਤ ਹੀ ਮੁਬਾਰਕਬਾਦ ਦਿੰਨੀ ਹੈ ਇਸ ਗੱਲ ਲਈ, ਕਿਉਂਕਿ ਮੈਨੂੰ ਅਕਸਰ ਲੱਗਦਾ ਹੁੰਦਾ, ਅਸੀਂ ਬਹੁਤ ਸਾਰੇ ਮਿੱਤਰ ਇਸ ਗੱਲ ਬਾਰੇ ਡਿਸਕਸ ਕਰਦੇ ਹਾਂ ਕਿ ਸਾਡਾ ਜਿਹੜਾ ਲਿਟਰੇਚਰ ਹੈ ਜਾਂ ਸਾਡੇ ਕੋਲ ਜਿਹੜਾ ਰਿਟਨ ਚੀਜ਼ਾਂ ਨੇ ਉਹ ਬਹੁਤ ਲਿਮਟਿਡ ਐਕਸਪੀਰੀਅੰਸ ਬਾਰੇ ਆ ਤੇ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲਿਆਂ ਤੇ ਹਾਲੇ ਤੱਕ ਪ੍ਰੋਜ਼ ਲਿਖਣੀ ਜਾਂ ਉਹਨਾਂ ਚੀਜ਼ਾਂ ਦੀ ਡਾਕੂਮੈਂਟੇਸ਼ਨ ਸ਼ੁਰੂ ਨਹੀਂ ਕੀਤੀ ਹੈਗੀ ਪੰਜਾਬੀ ਭਾਸ਼ਾ ਦੇ ਵਿੱਚ, ਜਿਹੜੀਆਂ ਕਿ ਲਾਈਫ ਦੀਆਂ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ। ਮਸਲਨ ਸਾਡੇ ਕੋਲ ਕਿਸੇ ਸਟੂਡੈਂਟ ਦੀ ਐਕਸਪੀਰੀਅੰਸ ਆ, ਜਿਹੜਾ ਕਿਸੇ ਵਿਦਿਆਰਥੀ ਦਾ ਜਿਹੜਾ ਅਨੁਭਵ ਹੈ, ਉਹਦੀ ਕੋਈ ਡਾਕੂਮੈਂਟੇਸ਼ਨ, ਕੋਈ ਇਸ ਤਰ੍ਹਾਂ ਦੀ ਲਿਖਤ ਸਾਡੇ ਕੋਲ ਨਹੀਂ ਮਿਲਦੀ ਕਿ ਇੱਕ ਵਿਦਿਆਰਥੀ ਕੀ ਮਹਿਸੂਸ ਕਰਦਾ ਹੁੰਦਾ ਹੈ। ਕਿਉਂਕਿ ਅਸੀਂ ਨਾਵਲ, ਕਹਾਣੀਆਂ ਤੇ ਜਿਹੜੇ ਫਿਕਸ ਜੇ ਸਾਡੇ ਸਾਹਿਤ ਰੂਪ ਹੈ ਉਹਨਾਂ ਦੇ ਅੰਦਰ ਲਿਖਣ ਦੇ ਵਿੱਚ ਹੀ ਸਾਡਾ ਜ਼ਿਆਦਾ ਰੁਝਾਨ ਰਿਹਾ। ਇਸ ਕਰਕੇ ਅਸੀਂ ਜ਼ਿਆਦਾਤਰ ਇਸ ਤਰ੍ਹਾਂ ਦੇ ਵਿਸ਼ਿਆਂ ਤੇ ਕਿ ਅਸੀਂ ਇੱਕ ਜਿਹੜਾ ਕਿਸੇ ਸਟੂਡੈਂਟ ਦੇ ਐਕਸਪੀਰੀਅੰਸ ਨੂੰ ਡਾਕੂਮੈਂਟ ਕਰ ਸਕੀਏ। ਸਾਡੇ ਕੋਲ ਕਿਸੇ ਸਟੂਡੈਂਟ ਦੀ ਡਾਇਰੀ ਮਿਲਦੀ ਹੋਵੇ, ਕਿਸੇ ਸਟੂਡੈਂਟ ਦੇ ਪੰਜਾਬੀ ਦੇ ਵਿੱਚ ਖੱਤ ਮਿਲਦੇ ਹੋਣ, ਚਾਹੇ ਉਹ ਆਪਣੇ ਮਾਪਿਆਂ ਵੱਲ ਲਿਖੇ ਗਏ ਹੋਣ, ਚਾਹੇ ਉਹ ਆਪਣੇ ਅਧਿਆਪਕਾਂ ਵੱਲ ਲਿਖੇ ਗਏ ਹੋਣ। ਮੈਨੂੰ ਲੱਗਦਾ ਹੁੰਦਾ ਕਿ ਇਸ ਤਰ੍ਹਾਂ ਦੀ ਪ੍ਰੋਜ਼ ਲਿਖਣ ਦੀ ਤੇ ਇਹਨਾਂ ਅਨੁਭਵਾਂ ਨੂੰ ਸਾਂਭਣ ਦੀ ਬਹੁਤ ਲੋੜ ਹੈ ਸਾਨੂੰ। ਨਵੀਆਂ ਸਮੱਸਿਆਵਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ, ਤਾਂ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਇਤਿਹਾਸ ਦੇ ਵਿੱਚ, ਪੰਜਾਬ ਦੇ ਇਤਿਹਾਸ 'ਚ ਪੰਜਾਬ ਦੀਆਂ ਜਿਹੜੀਆਂ ਸਥੂਲ ਸਥਿਤੀਆਂ ਨੇ, ਇਸ ਜੀਓਗ੍ਰਾਫੀ ਦੇ ਵਿੱਚ, ਇਸ ਖਾਸ ਕਿਸਮ ਦੇ ਸਮਾਜ ਦੇ ਵਿੱਚ ਜਿਹਦੀ ਇੱਕ ਖਾਸ ਕਿਸਮ ਦਾ ਸਟਰਕਚਰ, ਇੱਕ ਖਾਸ ਕਿਸਮ ਦੀ ਘਾੜਤ ਹੈ, ਉਹਦੇ ਬਾਰੇ ਜਿਹੜੇ ਸਾਡੇ ਪੁਰਾਣੇ ਅਧਿਆਪਕ ਨੇ, ਉੱਥੋਂ ਦੇ ਵਿਦਿਆਰਥੀਆਂ ਦੀਆਂ ਪੰਜਾਬ ਦੀ ਧਰਤੀ ਨਾਲ, ਪੰਜਾਬ ਦੇ ਪਿੰਡਾਂ ਨਾਲ, ਪੰਜਾਬ ਦੇ ਸ਼ਹਿਰਾਂ ਨਾਲ, ਪੰਜਾਬ ਦੇ ਕਸਬਿਆਂ ਨਾਲ, ਪੰਜਾਬ ਦੀ ਅਮੀਰੀ ਨਾਲ, ਪੰਜਾਬ ਦੇ ਗਰੀਬ ਘਰਾਂ ਚੋਂ ਆਉਂਦੇ ਵਿਦਿਆਰਥੀਆਂ ਨਾਲ ਸਾਡੇ ਜਿਹੜੇ ਅਧਿਆਪਕ ਸੀ ਉਹ ਕਿਵੇਂ ਡੀਲ ਕਰਦੇ ਰਹੇ, ਕਿਵੇਂ ਉਹ ਉਹਨਾਂ ਸਮੱਸਿਆਵਾਂ ਨਾਲ ਨਜਿੱਠਦੇ ਰਹੇ ਹੋਣਗੇ। ਸਾਨੂੰ ਜਦੋਂ ਵੀ ਗਾਈਡੈਂਸ ਦੀ ਲੋੜ ਪੈਂਦੀ ਹੈ ਤਾਂ ਸਾਡੇ ਕੋਲ ਕੁਝ ਨਹੀਂ ਹੈ, ਸਾਡੇ ਕੋਲ ਕੋਈ ਕਿਸੇ ਅਧਿਆਪਕ ਦੇ ਅਨੁਭਵਾਂ ਦੀ ਰਿਟਨ ਡਾਕੂਮੈਂਟੇਸ਼ਨ ਨਹੀਂ ਹੈ। ਇਹੀ ਹਾਲਤ ਵਿਦਿਆਰਥੀਆਂ ਬਾਰੇ ਆ। ਮਸਲਨ ਜਦੋਂ ਅਸੀਂ ਵਿਦਿਆਰਥੀ ਹੁੰਦੇ ਆ ਤਾਂ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ। ਅਸੀਂ ਵਿਸ਼ੇ ਦੀ ਚੋਣ ਕਿਵੇਂ ਕਰਨੀ ਆ, ਅਸੀਂ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ, ਕਿਹੜੇ ਸਕੂਲ 'ਚ ਦਾਖਲਾ ਲੈਣਾ ਹੈ, ਅਸੀਂ ਕਿਹੜੇ ਵਿਸ਼ੇ ਰੱਖਣੇ ਆ। ਅੱਜ ਕੱਲ੍ਹ ਅਸੀਂ BA1 ਦਾ ਦਾਖਲਾ ਕਰ ਰਹੇ ਹਾਂ ਤੇ ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਆ ਕਿ 90% ਬੱਚਿਆਂ ਨੂੰ ਕੁਝ ਨਹੀਂ ਪਤਾ ਕਿ ਉਹਨਾਂ ਨੇ ਕਿਹੜੇ ਵਿਸ਼ੇ ਲੈਣੇ ਆ। ਉਹ ਅਧਿਆਪਕਾਂ ਦੇ ਮੂੰਹਾਂ ਵੱਲ ਦੇਖਦੇ ਨੇ ਤੇ ਉਹ ਅਧਿਆਪਕ ਜਿਹੜੇ ਉਹਨਾਂ ਨੂੰ ਪਹਿਲੇ ਦਿਨ ਮਿਲ ਰਹੇ ਨੇ ਦਾਖਲਾ ਕਰਨ ਲੱਗੇ, ਜਿਹੜੇ ਬਹੁਤੇ ਉੱਥੇ ਆਮ ਤੌਰ ਤੇ ਕਲਰਕ ਬਣ ਕੇ ਬੈਠੇ ਹੋਏ ਨੇ, ਤੇ ਉਹ ਕਿੰਨੀ ਕੁ ਸੈਂਸਿਟੀਵਿਟੀ ਦਿਖਾ ਸਕਦੇ ਨੇ। ਅਸੀਂ ਇੱਕ ਦਿਨ 'ਚ ਕੁਝ ਮਿੰਟਾਂ 'ਚ ਬੱਚੇ ਨੂੰ ਕਿੰਨਾ ਕੁ ਜਾਣਦੇ ਆ ਕਿ ਅਸੀਂ ਉਹਨੂੰ ਦੱਸ ਸਕੀਏ ਕਿ ਤੂੰ ਆਹ ਵਿਸ਼ੇ ਪੜ੍ਹ ਲੈ। ਮਸਲਨ ਅਸੀਂ ਬਸ ਜੂਆ ਜਿਹਾ ਖੇਡੀ ਜਾਂਦੇ ਆ
मतलब साडे जिहड़े विद्यार्थी ने वो बिल्कुल ही नहीं पता कि ये जिहड़े विषय लैणे आ इहदे नाल तुहाडी जिंदगी दी एक लाइन बननी आ। तुसीं भविख दे विच तुहाडे कुछ होण दा, तुसीं की होना है, की बनना है, इहदे नाल जुड़े हुए सवाल असीं मतलब सच्ची मुच्ची सब कुछ साडे रब आसरे, जिहनूं कहंदे आ भी रब आसरे जे तुरिया जांदा, मैनूं इस तरह लगदा है। तां ये खासे वड्डे सवाल ने विद्यार्थियों दे, ते मैनूं लगदा है कि विद्यार्थियों दे अनुभव सानूं लिखती रूप दे विच मिलने चाहिए ने। मैं इस गल लई एक बार फिर तो बीइंग अ टीचर पेज नूं मुबारकबाद तां दिन्नी आ इस गल लई, नाल नाल इस गल लई कि मैनूं इन्हां ने पिछले 2-3 दिनां तो सोचां च पाया होया सी, ते मैं सच्ची मुच्ची अपने विद्यार्थी अनुभवां नूं याद कर रही सी ते ये सोच रही सी कि आ गल्लां करनियां लिखत दे विच आउणियां किन्नियां इंपॉर्टेंट है। ਜਿਹੜੀਆਂ गलतियां मैं कीतियां ने अपने विद्यार्थी जीवन दे विच, या ਜਿਹੜੀਆਂ गलती नाल मेरे तो सही चीज़ां हो गईयां ने कि मैं किन्ने विद्यार्थी इन्हां राहीं लंघ रहे ने, हुण भी उही गलतियां कर रहे ने, उही कुछ वापर रहा है, ते जिन्हां दा मैनूं हमेशा पछतावा रहा कि मैं आ चीज़ आ, मैनूं आ विशा नहीं सी पढ़ना चाहिए, मैनूं आ विशा पढ़ना चाहिए, मैनूं इस संस्था च नहीं सी पढ़ना चाहिए, मैनूं इस संस्था च दाखला लेना चाहिए सी। पर उदों असी बस खेड रहे सी, जुआ खेड रहे सी, सानू कोई नॉलेज नहीं सी, सानू इहदे बारे कोई गाइड नहीं कर रहा सी, सानू मतलब कोई दस्सण वाला नहीं सी। असी कोई ये तां नहीं हुंदा कि जिहड़ा बच्चा किसी प्राइवेट कॉलेज दे विच दाखला ले लैंदा है, जिथे उहदा टीचर है जिहड़ा वो भी बहुत मतलब उस तरह की पढ़ाई लिखाई करके नहीं आया हुंदा, वो कोई नलायक विद्यार्थी नहीं हुंदा, माड़े अध्यापक दे हत्थां 'च चढ़ जांदा है। उन्हें तो यह देखा होंगे कि मेरे नेड़े किहड़ी बिल्डिंग है, मेरे नेड़े किहड़ी सोहनी चमकदार बिल्डिंग है, उत्थे जरूर पढ़ाई वधिया होगी। पर इस गल दा असीं फैसला किवें लैना है कि मैं किहड़े कॉलेज जाना है। मैनूं याद आ रहा सुरजीत पात्र हुणां दा लिखिया लेख, पात्र हुणां दा एक लेख है BA1 दे सिलेबस भी लग्या रहा, वो सूरज मंदिर दियां पौड़ियां चों ओ शहर जिथे मैं बिरख बनिया। ਉਹਦੇ 'ਚ ਕਹਿੰਦੇ ਨੇ कि मैं MA ਕਰਨ ਜਾਣੀ ਸੀ, ਤੇ ਜਦੋਂ मैं MA ਕਰਨ ਜਾਣਾ ਸੀ ਤਾਂ ਮੇਰਾ ਦੋਸਤ ਕਹਿੰਦਾ ਵੀ ਆਪਾਂ ਚੰਡੀਗੜ੍ਹ ਜਾਵਾਂਗੇ, ਹੈ ਨਾ। ਪਰ ਚੰਡੀਗੜ੍ਹ ਦੀ ਉਹ ਕਹਿੰਦਾ ਵੀ ਸਾਡੇ ਤੋਂ ਤਾਬ ਨਹੀਂ ਝੱਲੀ ਗਈ, ਉਹਨਾਂ ਦੇ ਨਿਖਰੇ ਨਿਖਰੇ ਕੱਪੜੇ, ਸਾਨੂੰ ਲੱਗਿਆ ਕਿ ਇਹ ਸਾਡੇ ਮੇਚ ਦਾ ਸ਼ਹਿਰ ਨਹੀਂ ਹੈਗਾ। फिर वो कहते भी जिहड़ा मेरा साथी सी वो कहता भी यार आपां जलंधर दाखला ले लैने, अपने नेड़े कॉलेज आ ते घरे रोटी खा के जाया करांगे, शाम नूं घरे आके रोटी खा लिया करांगे। कई बार विद्यार्थी सिर्फ घर दी रोटी खाण दे लालच दे विच ही अपने भविख नूं दे नाल खेड जांदे ने, है ना। पर उदों कोई दस्सण वाला नहीं हुंदा। ये गल मैं अपने कोलों कर रही हाँ, ये गल पास साहब ने नहीं कीती हुई। उदों कोई दस्सण वाला नहीं हुंदा कि ਇਹ घर ਦੀ ਰੋਟੀ ਤੁਹਾਨੂੰ ਕਿੰਨੀ ਮਹਿੰਗੀ ਪੈਣੀ ਆ, ਤੁਸੀਂ ਇਸ ਨੂੰ ਖਾਣ ਦੇ ਬਦਲੇ 'ਚ ਕਿੰਨਾ ਕੁਝ ਹੈ ਜਿਹੜਾ ਛੱਡ ਰਹੇ ਹੋ, ਹਨਾ। ਫਿਰ ਪੱਤ ਸਾਹਿਬ ਕਹਿੰਦੇ ਵੀ ਨਹੀਂ, ਮੈਂ ਇਹ ਸੋਚਿਆ, ਉਹ ਮੈਨੂੰ ਬੜਾ ਸੋਹਣਾ ਲੱਗਦਾ। ਮੈਂ ਆਪਣੇ ਵਿਦਿਆਰਥੀਆਂ ਨੂੰ ਉਹ ਪੜ੍ਹਾਉਂਦਿਆਂ ਅਕਸਰ ਗੱਲ ਕਰਦੀ ਹੁੰਦੀ ਆ, ਹਾਲਾਂਕਿ ਮੈਂ ਬਹੁਤ ਸੁਚੇਤ ਆ ਕਿ ਮੇਰੇ 'ਚੋਂ ਅਧਿਆਪਕ ਨਾ ਬੋਲੇ, ਮੇਰੇ 'ਚੋਂ ਵਿਦਿਆਰਥੀ ਬੋਲੇ। ਤਾਂ ਉਹ ਕਹਿੰਦੇ ਵੀ ਮੈਂ ਉਦੋਂ ਵਿਦਿਆਰਥੀ ਸੀ ਤੇ ਮੈਂ MA 'ਚ ਦਾਖਲਾ ਲੈਣਾ ਸੀ, ਤੇ ਫਿਰ ਮੈਂ ਕਿਹਾ ਵੀ ਮੈਂ ਤਾਂ ਉੱਥੇ ਦਾਖਲਾ ਲਊਂਗਾ, ਮੈਂ ਉੱਥੇ ਪੜ੍ਹਨ ਜਾਊਂਗਾ ਜਿੱਥੇ ਦਲੀਪ ਕੌਰ ਟਿਵਾਣਾ ਪੜ੍ਹਾਉਂਦੀ ਆ। ਮਸਲਨ ਕੀ ਕੋਈ ਵਿਦਿਆਰਥੀ ਆਪਣਾ ਉਹਨੇ ਕਿੱਥੇ ਦਾਖਲਾ ਲੈਣਾ, ਕਿੱਥੇ ਪੜ੍ਹਨਾ, ਇਸ ਗੱਲ ਦਾ ਫੈਸਲਾ ਇਹ ਸੋਚ ਕੇ ਕਰਦਾ ਹੈ ਕਿ ਮੈਂ ਉੱਥੇ ਦਾਖਲਾ ਲਊਂਗਾ ਜਿੱਥੇ ਫਲਾਨਾ ਅਧਿਆਪਕ ਪੜ੍ਹਾਉਂਦਾ। ਮੈਨੂੰ ਇਹ ਬਹੁਤ ਕਮਾਲ ਦੀ ਗੱਲ ਲੱਗਦੀ ਆ। ਸਾਡੇ ਚੋਂ ਕਿੰਨੇ ਨੇ ਜਿਹੜੇ ਇਹ ਸੋਚ ਕੇ, ਜਿਨ੍ਹਾਂ ਨੇ ਦਾਖਲਾ ਲਿਆ ਕਿ ਮੈਂ ਫਲਾਨੇ ਟੀਚਰ ਤੋਂ ਪੜ੍ਹਨ ਜਾਣਾ, ਇਸ ਲਈ ਮੈਂ ਉੱਥੇ ਪੜ੍ਹਨ ਜਾਊਂਗਾ। ਨਹੀਂ, ਸਾਡੇ ਚੋਂ ਕੋਈ ਨਹੀਂ। ਤੇ ਪਾਤਰ ਇਸੇ ਲਈ ਪਾਤਰ ਹੈ। मैं अपने विद्यार्थियों को दसदी हुंदी आ कि असीं बिल्डिंगां देख के जाने आ, असीं ये देख के जाने आ कि किहड़े कॉलेज की बिल्डिंग सोहनी है, जां फिर असीं वध तों वध ये देख के चले जाने आ कि मेरा दोस्त, मेरी सहेली किहड़े कॉलेज च दाखला लै रही आ, जां फिर असीं ये देख के चले जाने आ कि किहड़ी चीज़ मैनूं नेड़े पै रही आ, या फिर असीं फीस देख के चले जाने आ। मतलब साडे बहुत सारे पैमाने हुंदे होणगे इस गल दे कि असीं किहड़े स्कूल या कॉलेज दे विच दाखला लैना है। मापियां दे भी बड़े सारे पैमाने हुंदे होणगे इस गल दे कि उन्हां ने अपने बच्चे नूं किहड़े स्कूल, किहड़े कॉलेज, किहड़ी यूनिवर्सिटी भेजना है। पर की कदे इह पैमाना रहा साडा
कि मैं अपने बच्चे नूं उत्थे दाखला कराउणा जिथे फलाना अध्यापक पढ़ाउंदा है, क्योंकि अल्टीमेटली विद्यार्थी ने वो बनना है जो ਉਹਦੇ अध्यापक ने ਉਹਨੂੰ बनाउणा है। जिथे चंगे अध्यापक होणगे ਉਹ बिल्डिंग टुट्टी हुई हो सकती है, वो बिल्डिंग माड़ी हो सकती है, उत्थे चमकदार शीशे नहीं हो सकते, वो शहर विचली कोई थां नहीं हो सकती, वो हो सकता किसी उजाड़ पिंड बियाबान च होवे। पर की असीं विद्यार्थी, मैनूं लगदा कि पात्र साहब ने अपनी जिंदगी का यह अनुभव लिख के साडे ते एहसान कीता है, ते विद्यार्थियों नूं ये पढ़ना चाहिए, इस तो सीखना चाहिए कि असी कित्थे दाखला लेना। मेरी प्लैनिंग च ये गल बिल्कुल शामिल नहीं सी, पर चलो ये हो गई है। तो मैं ये कह रही सी कि सानूं साडे विद्यार्थियों नूं लिखना चाहिए, अपने अनुभव साझे करने चाहिए ने। जे वो उदों ना लिख सकन जदों वो ਵੱਡੇ हो गए, विद्यार्थी जीवन लंघ गया, जिवें मैं सोच रही सी पिछले कुछ दिनों तो इस प्रोग्राम दे लई अपने विद्यार्थी अनुभवां बारे। मैनूं लगदा है कि ये चीज़ां रिटन दे विच होणीआं चाहीदियां, इन्हां दी डॉक्यूमेंटेशन होनी चाहिदी आ, ते साडे विद्यार्थियों कोल फिर यह पहुंचना भी चाहिए, ते उन्हां नूं पता होवे कि असीं की सीखना है, कित्थे सीखना है। मैनू दोस्तां ने, अमरीक पाठक हुणां ने, हरप्रीत गोनियाना हुणां ने, जिहड़े दोस्त इस पेज नाल जुड़े हुए आ, उन्हां ने कुछ सवाल दिते सी। मैं कोशिश करूंगी कि उन्हां दे दिते हुए सवालों नूं मुखातिब होवां। उस तो बिना भी हो सकदा मैं किते अपने लिए सवाल आप फ्रेम कर ਲਾਂ, अपने लिए सिलेबस आप फ्रेम कर ਲਾਂ, क्योंकि मैं थोड़ा विगड़िया होया विद्यार्थी हाँ, ते मैं जरूरी नहीं है कि तुहाडे दिते हुए सिलेबस दे विचों तुहाडे सवालों के जवाब देवां। अमरीक पाठक, मैं अपने विद्यार्थी जीवन बारे दस रही हाँ कि मैं एक विगड़िया होया विद्यार्थी हाँ। मैनूं सिलेबस तो बाहर जाना पसंद सी, हमेशा रहा। सिलेबस मैनूं कदे भी बहुता पसंद नहीं रहा, ते चाहे मैं लंबा समा सिलेबस पढ़ती रही हाँ, वो बहुत पुराना, वो भी गल शेयर करूँगी कि मैं लंबा समा सिर्फ सिलेबस की गिरफ्त च भी रही। पर जदों ये पता लग गया कि सिलेबस तो बाहर दीयां गल्लां वध महत्वपूर्ण होंदियां ने, ਤਾਂ ਹੁਣ ਮੈਨੂੰ पता लग्या होया, ਹੁਣ मैं जिस किस्म की विद्यार्थी हाँ तो मैं सिलेबस तो बाहर जा सकती हाँ। अगली गल कि मैं ये गल तो कहती कि विद्यार्थियों नूं अपने एक्सपीरियंसिस नूं डॉक्यूमेंट करना चाहिए। ते कुछ मित्र कमेंट्स कर रहे हैं, मेरी निगाह है, मैं बाद च कोशिश करूँगी कि कुछ नूं मुखातिब हो सका। जिहड़े दोस्त मैनूं सुन रहे आ उन्हां दा बहुत बहुत शुक्रिया कि वो मैनूं इस योग समझते ने कि मैं मैनूं सुनिया जा सकदा है। ते शायद तुहाडी हाज़री, सुखजिंदर हुणां दी हाज़री, काकड़ा हुणां दी हाज़री, शमिंदर हुणां दी हाज़री है, इत्थे मालदीप हुणां दी हाज़री, कुछ होर दोस्त ने, मैं हो सकदा नाम सारिਆਂ ਦੇ नाम लै पावां। तुहाडी हाज़री मैनूं इस गल लई मैनूं अकाउंटेबल भी बनाऊगी, मैनूं जिम्मेवार भी बनाऊगी कि मैं की बोलना है। सो शुक्रिया। मैं गल कह रही सी कि मैं ये तो कहता कि सानू विद्यार्थियों के अनुभव ने जिहड़े उन्हां दी डॉक्यूमेंटेशन करनी चाहिए है। पर साडी प्रॉब्लम दरअसल ये है कि असी ना एक हायरार्की डिवेलप की हुई है। उहदे विच जिहड़ा अध्यापक है वो पौड़ी दे उपरले टंबे ते आउंदा है, ते सानू पता नहीं क्यों पावर स्ट्रक्चर जां इस तरह के पावर रिलेशनस दे विच रहन दी आदत है। ते उहदे च असीं विद्यार्थी नूं आम तौर ते थल्ले मंनदे हां अध्यापक तो। आम तौर ते मैं कह रही हाँ कि यह एक धारणा जी है कि विद्यार्थी जदों जी करे रोब मार के, टीचर जदों जी करे रोब मार के विद्यार्थी नूं चुप करा सकदा है। विद्यार्थी नूं हर गल च ये रियलाइज़ करवाया जांदा आम तौर ते कि तैनूं घट पता है, तू घट जाणदा है। की असीं विद्यार्थियों दे अनुभवां ते विश्वास करदे हां? मसलन ये सवाल मेरा इस पेज के प्रबंधकों नूं भी है, बहुत ही प्यार ते सत्कार नाल, कि ये पेज विद्यार्थियों का पेज है। इत्थे सब तो वध आवाज़ विद्यार्थियों की गूंजनी चाहिए है। बेशक वो सानू भी जदों बुला रहे ने तो ये समझ के बुला रहे ने कि असीं अपने विद्यार्थी जीवन के अनुभव साझे करने आ। जरूर इस तरह का आपां रला कर सकते होवांगे, पर मैनूं ये लगता है कि क्लासरूम दे विच भी अध्यापकां नालों वध आवाज़ जेकर बच्चों की नहीं गूंजदी है तो जे सिर्फ 40 मिनट के लैक्चर यस सर यस मैम कहण लई ही आउंदी है तो वो एक माड़ा क्लासरूम आ।
ਜਿਹੜੇ ਕਲਾਸਰੂਮ 'ਚੋਂ ਵਿਦਿਆਰਥੀਆਂ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ, ਵਿਦਿਆਰਥੀਆਂ ਦੀਆਂ ਬਹਿਸਦਿਆਂ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ, ਜਿਹੜੇ ਕਲਾਸਰੂਮ 'ਚੋਂ ਵਿਦਿਆਰਥੀ ਇੱਕ ਦੂਜੇ ਨਾਲ ਬਹਿਸ ਕਰਦੇ, ਇੱਕ ਦੂਜੇ ਨਾਲ ਸੰਵਾਦ ਕਰਦੇ, ਅਧਿਆਪਕ ਨੂੰ ਸਵਾਲ ਕਰਦੇ, ਜਿਹੜੇ ਕਲਾਸਰੂਮ 'ਚੋਂ ਇਹ ਵੌਇਸਿਸ ਨਹੀਂ ਆਉਂਦੀਆਂ, ਮੇਰੇ ਲਈ ਉਹ ਬਹੁਤ ਹੀ ਪੂਅਰ ਕਲਾਸਰੂਮ ਹੋਊਗਾ। ਤੋ ਐਨੀਵੇਜ਼ ਮੈਂ ਜਿਹੜੀ ਗੱਲ ਕਹਿਣਾ ਚਾਹੁੰਦੀ ਸੀ ਕਿ ਅਸੀਂ ਅਸਲ 'ਚ ਵਿਦਿਆਰਥੀਆਂ ਦੇ ਅਨੁਭਵਾਂ ਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਵਿਦਿਆਰਥੀਆਂ ਦੇ ਅਨੁਭਵਾਂ ਦੀ ਰਿਸਪੈਕਟ ਨਹੀਂ ਕਰਦੇ। ਮੈਂ ਫਿਰ ਇਸ ਪੇਜ ਦੇ ਪ੍ਰਬੰਧਕਾਂ ਨੂੰ ਕਹਿਣੀ ਹੈ ਕਿ ਵੱਧ ਤੋਂ ਵੱਧ ਇੱਥੇ ਵਿਦਿਆਰਥੀਆਂ ਨੂੰ ਬੁਲਾਓ, ਉਹਨਾਂ ਨੂੰ ਪੁੱਛੋ ਕਿ ਉਹ ਕੀ ਮਹਿਸੂਸ ਕਰਦੇ ਨੇ। ਉਹ ਵੱਧ ਤੋਂ ਵੱਧ ਟੁੱਟੇ ਫੁੱਟੇ ਵਾਕਾਂ 'ਚ ਬੋਲਣਗੇ। ਹੋ ਸਕਦਾ ਹੈ ਕਿ ਉਹਨਾਂ ਨੂੰ ਹਜੇ ਉਹ ਭਾਸ਼ਾ ਘੜਨੀ ਨਾ ਆਉਂਦੀ ਹੋਵੇ, ਪਰ ਉਹ ਜੋ ਵੀ ਹੋਊਗਾ ਉਹਨਾਂ ਦਾ ਬਹੁਤ ਓਰੀਜਨਲ ਹੋਊਗਾ, ਉਹਨਾਂ ਦੇ ਬਹੁਤ ਓਰੀਜਨਲ ਵਿਚਾਰ ਹੋਣਗੇ ਤੇ ਉਹਨਾਂ ਨੂੰ ਆਪਾਂ ਵੱਧ ਸੁਣੀਏ ਤਾਂ ਕਿ ਆਪਾਂ ਜਾਣ ਸਕੀਏ ਕਿ ਇਹਨਾਂ ਦੀਆਂ ਅਸਲ 'ਚ ਇਸ ਵੇਲੇ ਦੇ ਵਿਦਿਆਰਥੀਆਂ ਦੀਆਂ, ਕਿਉਂਕਿ ਜਿਹੜੇ ਅਸੀਂ ਵਿਦਿਆਰਥੀ ਹਾਂ, ਅਸੀਂ ਅੱਜ ਤੋਂ 15-20 ਸਾਲ ਪਹਿਲਾਂ ਦੇ ਉਸ ਕਿਸਮ ਦੇ ਫਾਰਮਲ ਵਿਦਿਆਰਥੀ ਰਹੇ ਹਾਂ। ਬੇਸ਼ੱਕ ਅਸੀਂ ਸਾਰੀ ਉਮਰ ਵਿਦਿਆਰਥੀ ਰਹਿੰਦੇ ਹਾਂ, ਉਹ ਵਾਲਾ ਮਸਲਾ ਵੀ ਚੱਲਦਾ, ਪਰ ਆਪਾਂ ਉਹਨਾਂ ਨੂੰ ਸੁਣੀਏ ਤੇ ਜ਼ਿਆਦਾ ਮਨ 'ਚ ਉਹਨਾਂ ਨੂੰ ਦੇਈਏ, ਉਹਨਾਂ ਦੀਆਂ ਟੁੱਟੀਆਂ ਫੁੱਟੀਆਂ ਆਵਾਜ਼ਾਂ, ਉਹਨਾਂ ਦੇ ਅਣਘੜਤ ਫਿਕਰੇ, ਉਹ ਜਿਵੇਂ ਵੀ ਬੋਲ ਸਕਦੇ ਹੋਣ, ਉਹ ਜੋ ਵੀ ਕਹਿ ਸਕਦੇ ਹੋਣ। ਇੱਥੇ ਮੈਨੂੰ ਨਾ ਰਜੇਸ਼ ਸ਼ਰਮਾ ਜੀ ਹੁਣਾਂ ਨੇ ਕੁਝ ਸਾਲ ਪਹਿਲਾਂ ਹੁਣ ਦੇ ਲਈ ਇੱਕ ਡਾਇਰੀ ਦਾ ਪੰਨਾ ਟਰਾਂਸਲੇਟ ਕੀਤਾ ਸੀ ਕਿਸੇ ਦਾ, ਉਹ ਬਹੁਤ ਇੰਟਰਸਟਿੰਗ ਸੀ। ਉਹ ਸਾਰੇ ਪੰਨੇ ਤੇ ਸਿਰਫ ਇੱਕੋ ਹੀ ਗੱਲ ਲਿਖੀ ਹੋਈ ਸੀ ਕਿ ਮੈਂ ਨਹੀਂ ਸਕੂਲੇ ਜਾਣਾ, ਮੈਂ ਨਹੀਂ ਸਕੂਲੇ ਜਾਣਾ, ਮੈਂ ਨਹੀਂ ਸਕੂਲੇ ਜਾਣਾ, ਮੈਂ ਨਹੀਂ ਸਕੂਲੇ ਜਾਣਾ। ਉਹ ਪਤਾ ਨਹੀਂ, ਮਤਲਬ ਮੈਨੂੰ ਹੁਣ ਐਗਜ਼ੈਕਟਲੀ ਨਹੀਂ ਯਾਦ, ਬਹੁਤ ਲੰਬਾ ਉਹ ਇਹੀ ਵਾਕ, ਮਤਲਬ ਕਿਸੇ ਦੀ ਡਾਇਰੀ ਸੀ, ਉਹ ਕਿਸੇ ਬੰਦੇ ਦੀ ਬਹੁਤ ਫੇਮਸ ਡਾਇਰੀ ਸੀ। ਤੇ ਹਰ ਜਿਹੜਾ ਵਿਦਿਆਰਥੀ ਆ ਉਹ ਆਪਣਾ ਵਿਦਿਆਰਥੀ ਹੋਣ ਦਾ ਸਫ਼ਰ ਇਸ ਵਾਕ ਤੋਂ ਸ਼ੁਰੂ ਕਰਦਾ ਤੇ ਇਸ ਵਾਕ ਦੇ ਵਿੱਚ ਬਹੁਤ ਮੀਨਿੰਗ ਹੈ। ਵਿਦਿਆਰਥੀ ਇਹ ਕਿਉਂ ਕਹਿੰਦਾ ਹੈ ਕਿ ਮੈਂ ਸਕੂਲੇ ਨਹੀਂ ਜਾਣਾ? ਅਸੀਂ ਜ਼ਰੂਰ ਸਕੂਲ ਦੀ ਜਿਹੜੀ ਘਾੜਤ ਕੀਤੀ ਆ, ਅਸੀਂ ਜ਼ਰੂਰ ਆਪਣੇ ਸਿਲੇਬਸਾਂ ਦੀ ਜੋ ਘਾੜਤ ਕੀਤੀ ਆ, ਉਹਦੇ 'ਚ ਕੋਈ ਸਮੱਸਿਆ ਹੋਊਗੀ। ਮੈਨੂੰ ਆਪਣੀ ਯਾਦ ਤਾਂ ਨਹੀਂ, ਆਪਣਾ ਨਿੱਜੀ ਅਨੁਭਵ, ਪਰ ਮੈਨੂੰ ਲੱਗਦਾ ਕਿ ਜ਼ਰੂਰ ਇੱਥੋਂ ਹੀ ਸ਼ੁਰੂ ਹੋਇਆ ਹੋਣਾ ਕਿ ਮੈਂ ਨਹੀਂ ਸਕੂਲੇ ਜਾਣਾ। ਤੇ ਫਿਰ ਮੈਨੂੰ ਤੋਤੋ ਚਾਨ ਕਿਤਾਬ ਯਾਦ ਆਉਂਦੀ ਆ, ਜਿੱਥੇ ਇੱਕ ਵਿਦਿਆਰਥੀ ਦਾ ਅਨੁਭਵ ਬਹੁਤ ਇੰਪੋਰਟੈਂਟ ਹੈ। ਤੋਤੋ ਚਾਨ ਕਿਤਾਬ ਦਾ ਮੈਨੂੰ ਅਕਸਰ ਇੱਕ ਸੀਨ, ਇੱਕ ਦ੍ਰਿਸ਼ ਯਾਦ ਆਉਂਦਾ ਹੁੰਦਾ ਕਿ ਵੈਸੇ ਤਾਂ ਉਹਦੇ ਕਾਫੀ ਸਾਰੇ ਸੀਨ ਨੇ ਜਿਨ੍ਹਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ, ਪਰ ਇੱਕ ਸੀਨ 'ਚੋਂ ਬੱਚੀ ਤੋਂ ਆਪਣਾ ਇੱਕ ਬਟੂਆ ਉਹਦੇ ਕੋਲ ਛੋਟਾ ਜਿਹਾ, ਜਿਹੜੀ ਖੂਹ ਵਾਲੀ ਮਤਲਬ ਸਾਡੀਆਂ ਟਾਇਲਟਸ ਹੁੰਦੀਆਂ ਨੇ, ਉਹਦੇ ਵਿੱਚ ਡਿੱਗ ਪੈਂਦਾ। ਉਹ ਬਹੁਤ ਛੋਟੀ ਬੱਚੀ ਆ ਤੇ ਉਹਨੂੰ ਨਹੀਂ ਪਤਾ ਕਿ ਮੈਂ ਹੁਣ ਇਹਦਾ ਕੀ ਕਰਾਂ। ਉਹਨੂੰ ਬਹੁਤ ਪਿਆਰਾ ਉਹ ਬਟੂਆ, ਉਹਦੇ 'ਚ ਉਹਦਾ ਕੋਈ ਨਿੱਕਾ ਮੋਟਾ ਕੋਈ ਸਿੱਕਾ, ਕੋਈ ਸਮਾਨ ਵੀ ਹੈ, ਮੈਨੂੰ ਐਗਜ਼ੈਕਟਲੀ ਨਹੀਂ ਹੁਣ ਯਾਦ। ਤੇ ਉਹ ਕੀ ਕਰਦੀ ਆ ਕਿ ਉਹ ਅੰਦਰ ਉਹਦੇ ਜਿਹੜਾ ਰੱਸੀ ਨਾਲ ਬੰਨਿਆ ਕੋਈ ਕੱਪ ਕੁੱਪ ਪਿਆ, ਉਹ ਲਟਕਾਉਂਦੀ ਆ ਤੇ ਉਹ ਖੂਹ ਨੂੰ, ਜਿਹੜਾ ਟਾਇਲਟ ਹੈ, ਉਹਨੂੰ ਅੰਦਰੋਂ ਬਾਹਰ ਕੱਢਣਾ ਸਾਰੇ ਕਾਸੇ ਨੂੰ ਸ਼ੁਰੂ ਕਰ ਦਿੰਦੀ ਆ। ਹੋ ਸਕਦਾ ਤੁਹਾਨੂੰ ਮੇਰੀ ਗੱਲ ਸੁਣ ਕੇ ਬਹੁਤ ਕਚਿਆਣ ਆ ਰਹੀ ਹੋਵੇ, ਪਰ ਉਹ ਇਦਾਂ ਕਰ ਰਹੀ ਆ, ਬੱਚੀ ਲਗਾਤਾਰ ਕਰਦੀ ਆ। ਤੇ ਉਹ ਜਦੋਂ ਬਾਹਰ ਬਹੁਤ ਸਾਰੀ ਗੰਦਗੀ ਇਕੱਠੀ ਹੋ ਜਾਂਦੀ ਹੈ, ਉੱਥੋਂ ਦੀ ਉਸ ਸਕੂਲ ਦਾ ਜਿਹੜਾ ਪ੍ਰਿੰਸੀਪਲ ਹੈ, ਉਹ ਲੰਘਿਆ ਜਾ ਰਿਹਾ ਹੈ, ਪ੍ਰਿੰਸੀਪਲ ਹੈ ਜਾਂ ਟੀਚਰ ਹੈ ਜੋ ਵੀ, ਉਹ ਦੇਖਦਾ ਹੈ ਕਿ ਬੱਚੀ ਕੀ ਕਰ ਰਹੀ ਆ। ਉਹਨੂੰ ਪੁੱਛਦਾ ਹੈ ਕਿ ਤੋਤੋ ਚਾਨ, ਉਹਨੂੰ ਡਾਂਟਦਾ ਨਹੀਂ, ਉਹਨੂੰ ਝਿੜਕਦਾ ਨਹੀਂ, ਉਹਨੂੰ ਪੁੱਛਦਾ ਹੈ ਕਿ ਤੂੰ ਇਹ ਕੀ ਕਰ ਰਹੀ ਆ। ਉਹ ਕਹਿੰਦੀ ਵੀ ਮੇਰਾ ਪਰਸ ਡਿੱਗ ਪਿਆ, ਮੈਂ ਕੱਢ ਰਹੀ ਆ। ਉਹਨੂੰ ਕੁਛ ਨਹੀਂ ਕਹਿੰਦਾ, ਉਹਨੂੰ ਕਹਿੰਦਾ ਵੀ ਚੱਲ ਠੀਕ ਹੈ, ਜਦੋਂ ਤੇਰਾ ਪਰਸ ਤੇ ਆ ਗਿਆ, ਤੂੰ ਆ ਸਾਰਾ ਜਿਹੜਾ ਕੱਢ ਰਹੀ ਹੈ ਇਹਨੂੰ ਵਾਪਸ ਪਾ ਕੇ ਜਾਣਾ। ਤੇ ਇੱਥੇ ਉਹ ਸੀਨ ਖਤਮ ਹੋ ਜਾਂਦਾ। ਲੁੱਕ ਸੀ ਕਿੰਨੀ ਫਰੀडम ਇੱਕ ਸਟੂਡੈਂਟ ਨੂੰ ਚਾਹੀਦੀ ਹੈ ਆਪਣੀ ਲਾਈਫ ਨੂੰ ਐਕਸਪੀਰੀਅੰਸ ਕਰਨ ਲਈ। ਉਹਨੂੰ ਕੁਛ ਨਹੀਂ ਕਹਿੰਦਾ, ਉਹਨੂੰ ਡਾਂਟਦਾ ਨਹੀਂ, ਕਿਉਂਕਿ ਉਹ ਸੋਚਦਾ ਹੋਣਾ ਵੀ ਜੇ ਇਹਨੂੰ ਸਮੈਲ ਨਹੀਂ ਆ ਰਹੀ, ਇਟ ਮੀਨਸ ਇਹਦੇ ਲਈ ਉਹ ਪਰਸ ਉਸ ਸਾਰੀ ਬਦਬੂ ਤੋਂ ਕਿਤੇ ਇੰਪੋਰਟੈਂਟ ਹੈ। ਇਹਨੂੰ ਆਪਣੇ ਫੈਸਲੇ ਆਪ ਕਰਨ ਦਿਓ ਵੀ ਇਹਨੇ ਉਹ ਬਦਬੂ ਸਹਿ ਕੇ ਵੀ ਉਹ ਪਰਸ ਕੱਢਣਾ ਹੈ ਕਿ ਨਹੀਂ, ਇਹਦੀ ਡਿਟੇਲ ਉਹਦੇ 'ਚ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਇੱਕ ਵਿਦਿਆਰਥੀ ਨੂੰ ਇੰਨੀ ਲਿਬਰਟੀ ਚਾਹੀਦੀ ਹੈ, ਇੱਕ ਵਿਦਿਆਰਥੀ ਨੂੰ ਇਸ ਤਰ੍ਹਾਂ ਸੁਣਿਆ ਜਾਣਾ ਚਾਹੀਦਾ। ਜਦੋਂ ਉਸ ਬੱਚੀ ਨੂੰ ਕਈ ਸਾਰੇ ਸਕੂਲਾਂ 'ਚੋਂ ਕੱਢ ਦਿੰਦੇ ਨੇ, ਤੇ ਜਦੋਂ ਉਹਨੂੰ ਕਈ ਥਾਵਾਂ ਤੋਂ ਕੱਢ ਦਿੰਦੇ ਨੇ ਤਾਂ ਉਹਦੀ ਮਾਂ ਬੜੀ ਔਖੀ ਆ, ਕਿਉਂਕਿ ਉਹ ਕਿਤੇ ਦਰਾਜ ਦਾ ਖੜਕਾ ਕਰਦੀ ਹੈ, ਕਿਤੇ ਪੰਛੀਆਂ ਨਾਲ ਉਹਦੀਆਂ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ। ਤਾਂ ਫਿਰ ਉਹ ਉਸ ਸਕੂਲ 'ਚ ਜਾਂਦੀ ਹੈ ਜਿਹੜਾ ਉਹ ਬਹੁਤ ਆਈਡੀਅਲ ਸਕੂਲ ਦਿਖਾਇਆ ਇੱਕ ਤਰ੍ਹਾਂ ਦਾ।
ਤੇ ਉੱਥੇ ਉਹ ਪ੍ਰਿੰਸੀਪਲ ਉਹਨੂੰ ਕਹਿੰਦਾ ਵੀ ਠੀਕ ਹੈ, ਤੂੰ ਇਹਨੂੰ ਬੱਚੀ ਨੂੰ ਮੇਰੇ ਕੋਲ ਛੱਡ ਜਾ ਤੇ ਤੂੰ ਸ਼ਾਮ ਨੂੰ ਆ ਜੀ, ਇਹਨੂੰ ਲੈ ਜੀ। ਤੇ ਉਹ ਕਹਿੰਦੀ ਵੀ ਅੱਛਾ ਦਾਖਲਾ ਹੋ ਗਿਆ? ਕਹਿੰਦਾ ਹਾਂ ਕੋਈ ਨਹੀਂ, ਤੂੰ ਛੱਡ ਜਾ। ਤੇ ਉਹਨੂੰ ਕੁੜੀ ਨੂੰ ਕਹਿੰਦਾ ਵੀ ਤੂੰ ਆਪਣੇ ਬਾਰੇ ਦੱਸ, ਹਾਂ ਤੋਂ ਚਾਮ ਤੂੰ ਕੀ ਬਣਨਾ ਚਾਹਣੀ ਆ, ਇਹ ਉਹ ਕੁੜੀ ਲਗਾਤਾਰ 2.5 ਘੰਟੇ ਉਹ ਬੱਚੀ ਬੋਲਦੀ ਰਹਿੰਦੀ ਹੈ, ਬਹੁਤ ਛੋਟੀ ਜੀ ਬੱਚੀ ਆ, ਸਕੂਲ 'ਚ ਦਾਖਲਾ ਲੈਣ ਆਈ ਆ, ਤੇ ਉਹ ਪ੍ਰਿੰਸੀਪਲ 2.5 ਘੰਟੇ ਇੱਕ ਬੱਚੀ ਨੂੰ ਸੁਣਦਾ ਰਹਿੰਦਾ। ਤੇ ਉਹਦੇ 'ਚ ਸਪੈਸ਼ਲ ਕਮੈਂਟ ਆ ਕਿ ਇਹ ਮਤਲਬ ਕਿ ਕੋਈ ਟੀਚਰ ਇੱਕ ਛੋਟੀ ਜੀ ਬੱਚੀ ਦੀ ਬਕਵਾਸ 2.5 ਘੰਟਿਆਂ ਲਈ ਸੁਣ ਸਕਦਾ, ਜਿਹਦੀ ਕੋਈ ਤੰਦ ਨਹੀਂ ਮਿਲਦੀ, ਉਹਦੇ ਕਿਸੇ ਵਾਕ ਦੀ ਕਿਸੇ ਦੂਜੇ ਵਾਕ ਨਾਲ ਗੱਲ ਨਹੀਂ ਮਿਲਦੀ, ਉਹ ਬਸ ਬਿਨਾਂ ਮਤਲਬ ਤੋਂ ਜੋ ਉਹਦਾ ਦਿਲ ਕਰਦਾ ਉਹ ਬੋਲੀ ਜਾਂਦੀ ਹੈ, ਤੇ ਉਹ ਬੰਦਾ 2.5 ਘੰਟੇ ਉਹਨੂੰ ਸੁਣਦਾ ਰਹਿੰਦਾ। ਤੇ ਇਹ ਉਹ ਪਹਿਲਾ ਬੰਦਾ ਸੀ ਜਿਹਨੇ ਉਹਨੂੰ ਇਸ ਤਰ੍ਹਾਂ ਇੰਨਾ ਲੰਬਾ ਸਮਾਂ ਸੁਣਿਆ। ਵਿਦਿਆਰਥੀਆਂ ਨੂੰ ਸੁਣੇ ਜਾਣ ਦੀ ਲੋੜ ਹੁੰਦੀ ਹੈ ਮੈਨੂੰ ਲੱਗਦਾ, ਤੇ ਇਹ ਮੈਂ ਵੀ ਆਪਣੀ ਜ਼ਿੰਦਗੀ 'ਚ ਮਿਸ ਕੀਤਾ ਜਦੋਂ ਮੈਨੂੰ ਨਹੀਂ ਸੁਣਿਆ ਗਿਆ, ਜਦੋਂ ਮੈਨੂੰ ਵੀ ਕਿਸੇ ਨੇ ਆਪਣੀ ਰੋਬਦਾਰ ਆਵਾਜ਼ ਨਾਲ ਦਬਾਇਆ ਹੋਊਗਾ। ਅਮਰੀਕ ਪਾਠਕ ਪੁੱਛ ਰਹੇ ਨੇ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਦਿਆਰਥੀ ਸੀ, ਕਿਹੜੇ ਵਿਸ਼ੇ ਕਿਹੜੇ ਅਧਿਆਪਕ ਪਸੰਦ ਸੀ ਤੇ ਕਿਉਂ? ਹਾਂਜੀ ਅਮਰੀਕ, ਮੈਂ ਬਹੁਤ ਹੀ ਮੀਡੀਓਕਰ ਵਿਦਿਆਰਥੀ ਰਹੀ ਹਾਂ, ਹਮੇਸ਼ਾ ਹੀ ਮੀਡੀਓਕਰ ਇਨ ਦਾ ਸੈਂਸ ਵੀ ਮੈਂ ਪਿੰਡ ਆਪਣੇ ਸਕੂਲ 'ਚ ਪੜ੍ਹਦੀ ਸੀ, ਪਿੰਡਾਂ ਦੇ ਜਿਹੜੇ ਪਹਿਲਾਂ ਮਾਡਲ ਸਕੂਲ 'ਚ ਪੜ੍ਹੇ, ਫਿਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹੇ, ਤਾਂ ਮੈਂ ਮਤਲਬ ਮੀਡੀਓਕਰ ਇਨ ਦਾ ਸੈਂਸ ਕਿ ਮੈਨੂੰ ਐਂ ਜਿਹੀ ਲੱਗਦਾ ਕਿ ਮੈਂ ਉੱਥੇ ਜ਼ਰੂਰ ਮੈਂ ਹੋ ਸਕਦਾ ਫਸਟ ਸੈਕਿੰਡ ਆ ਜਾਂਦੀ ਹੋਵਾਂ ਉਹਨਾਂ ਸਕੂਲਾਂ 'ਚ, ਪਿੰਡਾਂ ਦੇ ਸਕੂਲਾਂ 'ਚ, ਪਰ ਮੈਨੂੰ ਹਮੇਸ਼ਾ ਹੀ ਲੱਗਦਾ ਕਿ ਮੈਂ ਕਦੇ ਵੀ ਬਹੁਤ ਇੰਟੈਲੀਜੈਂਟ ਵਿਦਿਆਰਥੀ ਨਹੀਂ ਸੀ। ਮੇਰੀ ਜਿਹੜੀ ਤਰਕ ਸ਼ਕਤੀ ਹੈ ਉਹ ਕੋਈ ਬਹੁਤ ਕੰਮ ਨਹੀਂ ਕਰਦੀ, ਹੁਣ ਤੱਕ ਵੀ ਨਹੀਂ ਕਰਦੀ। ਮੈਂ ਹੁਣ ਤੱਕ ਵੀ ਆਪਣੇ ਆਪ ਨੂੰ ਕੁਝ ਮਸਲਿਆਂ 'ਚ ਬਹੁਤ ਮੀਡੀਓਕਰ ਸਮਝਦੀ ਹਾਂ, ਤੇ ਜਿਹੜੀ ਚੀਜ਼ ਨੇ ਮੇਰਾ ਸਾਥ ਦਿੱਤਾ ਇਸ ਦੇ ਨਾਲ ਉਹ ਮੇਰੀ ਲਗਾਤਾਰਤਾ ਹੈ ਕਿ ਮੈਂ ਲੀਸਟ ਐਬਸੈਂਟ ਸਟੂਡੈਂਟ ਰਹੀ ਆਪਣੇ ਵਿਦਿਆਰਥੀ ਅਨੁਭਵ 'ਚ। ਮੈਨੂੰ ਸਕੂਲ ਦੇ ਵਿੱਚ 100% ਹਾਜ਼ਰੀ ਵਾਲਾ ਇਨਾਮ ਮਿਲਦਾ ਹੁੰਦਾ ਸੀ। ਮਸਲਨ ਮੇਰੇ ਲਈ ਉਹ ਪ੍ਰਾਇੋਰਿਟੀ ਸੀ, ਮੈਂ ਜਿਹੋ ਜੀ ਵੀ ਵਿਦਿਆਰਥਣ ਸੀ ਮੇਰੇ ਲਈ ਉਸ ਤੋਂ ਬਿਨਾ ਹੋਰ ਕੁਝ ਵੀ ਕਰਨ ਨੂੰ ਨਹੀਂ ਸੀ, ਹੁਣ ਤੱਕ ਵੀ ਨਹੀਂ ਹੈਗਾ। ਪੜ੍ਹਨ ਲਿਖਣ ਤੋਂ ਬਿਨਾ ਮੇਰੀ ਜ਼ਿੰਦਗੀ 'ਚ ਹੁਣ ਵੀ ਕੁਝ ਨਹੀਂ ਹੈਗਾ ਕਰਨ ਨੂੰ। ਤੇ ਉਹ ਜਿਹੜੀ ਲਗਾਤਾਰਤਾ ਹੈ ਆਪਣੇ ਵਿਸ਼ੇ ਨਾਲ, ਆਪਣੀ ਪੜ੍ਹਾਈ ਨਾਲ, ਇੱਕ ਰਿਆਜ਼ ਵਾਂਗੂ, ਚਾਹੇ ਉਹ ਹੌਲੀ ਹੌਲੀ ਕੱਛੂ ਕੁੰਮੇ ਵਾਂਗੂ ਤੁਰਨਾ, ਉਹਨੇ ਮੈਨੂੰ ਲੱਗਦਾ ਕਿ ਬਚਾ ਕੇ ਰੱਖਿਆ। ਇੱਕ ਮੀਡੀਓਕਰ ਵਿਦਿਆਰਥਣ ਨੂੰ ਤੁਸੀਂ ਜਿਸ ਵੀ ਰੂਪ 'ਚ ਜਾਣਦੇ ਹੋ, ਮੈਂ ਅਸਲ 'ਚ ਬਹੁਤੀਆਂ, ਹਾਲਾਂਕਿ ਤੁਹਾਡੇ ਸਵਾਲ ਤੁਸੀਂ ਜਿਹੜੇ ਸਾਰਾ ਹੀ ਫਰੇਮਵਰਕ ਬਣਾ ਕੇ ਦਿੱਤਾ ਸੀ ਬਹੁਤ ਨਿੱਜੀ ਸੀ, ਤੇ ਮੈਨੂੰ ਕਦੇ ਵੀ ਨਹੀਂ ਲੱਗਦਾ ਹੁੰਦਾ, ਸਾਡੇ ਇੱਕ ਥੀਸਿਸ ਚੱਲਦਾ ਥਿਉਰੀ 'ਚ ਵੀ ਨਿੱਜੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਨੂੰ ਲੱਗਦਾ ਹੁੰਦਾ ਕਿ ਅਸੀਂ ਫਿਰ ਵੀ ਸਭ ਤੋਂ ਵੱਧ ਆਟੋਬਾਇਓਗ੍ਰਾਫੀਜ਼ ਪੜ੍ਹਦੇ ਹਾਂ, ਹਨਾ। ਸਾਡੇ ਬਹੁਤ ਸਿਆਣੇ ਤੇ ਬੌਧਿਕ ਲੋਕਾਂ ਨੂੰ ਲੱਗਦਾ ਹੈ ਕਿ ਨਿੱਜੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਦੂਜਿਆਂ ਦੀਆਂ ਕਹਾਣੀਆਂ ਤੋਂ ਸਿੱਖਦੇ ਹਾਂ। ਤੇ ਮੈਂ ਬਤੌਰ ਟੀਚਰ ਵੀ ਇਹੀ ਮਹਿਸੂਸ ਕਰਦੀ ਹਾਂ, ਤੇ ਬਤੌਰ ਸਟੂਡੈਂਟ ਵੀ ਮੈਂ ਆਪਣੇ ਜਿੰਨੇ ਟੀਚਰਸ ਨੂੰ ਨਿੱਜੀ ਤੌਰ ਤੇ ਜਾਣਿਆ, ਜਿਹੜੇ ਅਧਿਆਪਕਾਂ ਦੇ ਨਾਲ ਮੇਰਾ ਨਿੱਜੀ ਤੌਰ ਤੇ ਲਗਾ ਰਿਹਾ, ਉਹਨਾਂ ਤੋਂ ਮੈਂ ਵੱਧ ਸਿੱਖਿਆ। ਮੈਂ ਇਹ ਗੱਲ ਕਰੂੰਗੀ, ਮੈਂ ਕੁਝ ਪੁਆਇੰਟ ਜੇ ਅਸਲ 'ਚ ਲਏ ਹੋਏ ਸੀਗੇ ਨੋਟਸ, ਤਾਂ ਮੈਂ ਜਿਹੜੀ ਗੱਲ ਕਰ ਰਹੀ ਸੀ ਕਿ ਇੱਕ ਗੱਲ ਸੀਗੀ ਮੈਨੂੰ ਜਿਹੜਾ ਕਿਹਾ ਗਿਆ ਸੀ ਫਰੇਮ ਦੇ ਵਿੱਚ ਕਿ ਮੈਂ ਇਸ ਗੱਲ ਬਾਰੇ ਜ਼ਰੂਰ ਗੱਲ ਕਰਾਂ ਕਿ ਕੁੜੀਆਂ ਦੀ ਪੜ੍ਹਾਈ ਦੇ ਨਾਲ ਸਿਰੜੀ ਜੀ ਪੁੱਛ ਰਹੇ ਨੇ ਕਿ ਤੁਹਾਨੂੰ ਕਿਹੜੇ ਵਿਸ਼ੇ ਪਸੰਦ ਸੀਗੇ ਤੇ ਕਿਹੜੇ ਵਿਸ਼ੇ ਨਹੀਂ ਪਸੰਦ ਸੀ। ਮੈਨੂੰ ਮੈਥ ਦੇ ਵਿੱਚ, ਸਿਰੜੀ ਜੀ ਤੁਸੀਂ ਖਾਸ ਤੌਰ ਤੇ ਮੈਥ ਬਾਰੇ ਪੁੱਛ ਰਹੇ ਹੋ, ਪਤਾ ਨਹੀਂ ਤੁਹਾਨੂੰ ਕਿਵੇਂ ਆਈਡੀਆ ਹੋ ਗਿਆ। ਮੈਨੂੰ ਇੱਕ ਮੈਥ, ਸਾਡੇ ਕੋਲ 2 ਤਰ੍ਹਾਂ ਦੇ ਮੈਥ ਹੁੰਦੇ ਨੇ ਜਿਹੜੇ ਮਤਲਬ ਉਹਨੂੰ ਮੈਨੂੰ ਤਾਂ ਹੁਣ ਨਾਮ ਵੀ ਭੁੱਲ ਗਿਆ ਕਿ ਉਹ ਮੈਥ ਸੀ ਅਸੀਂ ਵੰਡ ਕਿਵੇਂ ਕਰਦੇ ਹੁੰਦੇ ਸੀਗੇ। ਮੈਨੂੰ ਐਲਜਬਰਾ ਮੇਰਾ ਬਹੁਤ ਅੱਛਾ ਸੀ, ਮਤਲਬ ਉਹਦੇ 'ਚ ਮੈਂ 100 ਆਊਟ ਆਫ 100 ਮੇਰੇ ਨੰਬਰ ਹੁੰਦੇ ਸੀ ਹਮੇਸ਼ਾ ਹੀ। ਪਰ ਜਿਹੜੀਆਂ ਥੇਰਮਾਂ ਵਗੈਰਾ ਵਾਲਾ ਮਸਲਾ ਸੀ ਉਹ ਆਪਾਂ ਨੂੰ ਕਦੇ ਵੀ ਕਾਸ ਥੀਟਾ ਸਾਈਨ ਥੀਟਾ ਬਹੁਤ ਚੰਗੀ ਤਰ੍ਹਾਂ ਸਮਝ ਨਹੀਂ ਆਇਆ ਸੀ। 2 ਮੈਥ ਹੁੰਦੇ ਸੀ ਸਾਨੂੰ 10ਵੀਂ 'ਚ। ਇੱਕ ਮੈਥ ਮੈਨੂੰ ਇੰਨਾ ਆਉਂਦਾ ਸੀ ਕਿ ਮੇਰੇ ਉਹਦੇ 'ਚੋਂ 100 'ਚੋਂ 100 ਨੰਬਰ ਹੁੰਦੇ ਸੀ। ਦੂਜਾ ਮੈਥ ਮੈਨੂੰ ਇੰਨਾ ਆਉਂਦਾ ਸੀ ਕਿ ਇੰਨਾ ਨਹੀਂ ਆਉਂਦਾ ਸੀ ਕਿ ਉਹਦੇ 'ਚ ਮੈਨੂੰ ਪਾਸ ਹੋਣ ਦੀ ਵੀ ਸਮੱਸਿਆ ਹੁੰਦੀ ਸੀ। ਬਾਕੀ ਸਾਰੇ ਵਿਸ਼ੇ ਮੈਨੂੰ ਪਸੰਦ ਸੀਗੇ, ਕੋਈ ਮੈਨੂੰ ਵਿਸ਼ਿਆਂ ਨਾਲ ਮੇਰਾ ਕੋਈ ਵੈਰ ਨਹੀਂ ਰਿਹਾ। ਮੈਂ ਉਹ ਗੱਲ ਵੀ ਕਰੂੰਗੀ ਵਿਸ਼ਿਆਂ ਬਾਰੇ ਵੀ ਹਜੇ। ਠੀਕ ਹੈ ਸੁਖਜਿੰਦਰ, ਮੈਂ ਤੁਹਾਡੀ ਗੱਲ ਸੁਣ ਲਈ ਹੈ। ਕੁੜੀਆਂ ਬਾਰੇ ਮੈਨੂੰ ਗੱਲ ਕਰਨ ਨੂੰ ਕਿਹਾ ਗਿਆ ਸੀ, ਮੈਂ ਜ਼ਰੂਰ ਕਰੂੰਗੀ।
ਸਾਡਾ ਸਾਰਾ ਹੀ ਜਿਹੜਾ ਢਾਂਚਾ ਹੈ ਦੁਨੀਆ ਨੂੰ ਦੇਖਣ ਦਾ ਤੇ ਵਿਉਂਤਣ ਦਾ, ਉਹ ਪੈਟਰੀਆਰਕੀ ਦੇ ਨਜ਼ਰੀਏ ਤੋਂ ਬਣਾਇਆ ਗਿਆ। ਕੀ ਸਕੂਲਾਂ ਦੀਆਂ ਬਿਲਡਿੰਗਾਂ ਬਣਾਉਣ ਲੱਗਿਆ ਕਿ ਉਹ ਕਿਹੜੇ ਏਰੀਏ 'ਚ ਬਣਨੇ ਨੇ, ਕਿਹੜੀ ਥਾਂ ਤੇ ਬਣਨੇ ਨੇ, ਕੀ ਕਾਲਜਾਂ ਦੀਆਂ ਬਿਲਡਿੰਗਾਂ ਬਣਾਉਣ ਲੱਗਿਆ। ਕੋਈ ਮੈਨੇਜਮੈਂਟ, ਕੋਈ ਸਾਡੀਆਂ ਪੋਲੀਟੀਕਲ ਪਾਰਟੀਆਂ ਇਹ ਸੋਚਦੀਆਂ ਨੇ ਕਿ ਕੁੜੀਆਂ ਇੱਥੋਂ ਤੱਕ ਕਿਵੇਂ ਪਹੁੰਚਣਗੀਆਂ, ਇਸ ਥਾਂ ਤੇ ਕੁੜੀਆਂ ਨੇ ਪਹੁੰਚਣਾ ਹੈ ਜਿੱਥੇ ਇਹ ਕਾਲਜ ਹੈ, ਜਿੱਥੇ ਇਹ ਸਕੂਲ ਹੈ, ਤੇ ਇੱਥੇ ਉਹ ਬੱਚੀਆਂ ਕਿਵੇਂ ਪਹੁੰਚਣਗੀਆਂ। ਮੈਨੂੰ ਨਹੀਂ ਲੱਗਦਾ ਕਿ ਸੋਚਦੀਆਂ ਨੇ। ਜਿਵੇਂ ਮੇਰਾ ਜਿਹੜੇ ਕਾਲਜ ਮੈਂ ਇਸ ਵੇਲੇ ਪੜ੍ਹਾ ਰਹੀ ਹਾਂ, ਜੇ ਮੈਂ ਉੱਥੋਂ ਦੀਆਂ ਵਿਦਿਆਰਥਣਾਂ ਦੇ ਨਜ਼ਰੀਏ ਤੋਂ ਗੱਲ ਕਰਾਂ, ਘੁੱਦੇ ਦੇ ਬੱਸ ਸਟੈਂਡ ਤੋਂ ਲੈ ਕੇ 1.5 ਕਿਲੋਮੀਟਰ ਇੱਕ ਪੈਦਲ ਵਾਕਿੰਗ ਡਿਸਟੈਂਸ ਹੈ ਕਾਲਜ ਤੱਕ ਦਾ, ਤੇ ਉਹ ਬਿਲਕੁਲ ਸੁੰਨੀ ਰੋਡ ਹੁੰਦੀ ਆ। ਉਹ ਮਰਦਾਂ ਦੇ ਐਂਗਲ ਤੋਂ ਹੀ ਬਣਾਇਆ ਤੇ ਸੋਚਿਆ ਗਿਆ। ਇਹ ਸੋਚਿਆ ਹੀ ਨਹੀਂ ਗਿਆ ਕਿ ਇਸ ਸੁੰਨੀ ਰੋਡ ਤੋਂ ਔਡ ਟਾਈਮਸ ਦੇ ਵਿੱਚ ਜੇ ਇਕੱਲੀ ਕੁੜੀ ਨੂੰ ਲੰਘਣਾ ਪਵੇ ਤੇ ਸਾਡੀ ਉਸ ਰੋਡ ਤੇ ਕਈ ਵਾਰ ਬੱਚੀਆਂ ਨਾਲ ਹਾਦਸੇ ਹੁੰਦੇ ਨੇ, ਕਈ ਵਾਰ ਸਾਨੂੰ ਇਹ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਨੇ। ਇਸ ਕਰਕੇ ਕੁੜੀਆਂ ਔਡ ਟਾਈਮਸ ਤੇ ਇਕੱਲੀਆਂ ਉਸ ਸੜਕ ਤੇ ਜਾਣ ਤੋਂ ਮਤਲਬ ਤਰਹਿੰਦੀਆਂ ਨੇ। ਹੋਰ ਵੀ ਕਈ ਪਿੰਡਾਂ 'ਚ ਜਿਹੜੇ ਸਕੂਲ ਬਣੇ ਸੀ ਉਹ ਕਈ ਵਾਰ ਲਿੰਕ ਰੋਡਸ ਤੇ ਬਣੇ ਸੀ। ਉਹ ਜਦੋਂ ਲਿੰਕ ਰੋਡਸ ਤੇ ਬਣੇ ਸੀ ਤਾਂ ਫਿਰ ਉੱਥੇ ਕਦੇ ਵੀ ਸੋਚਿਆ ਨਹੀਂ ਗਿਆ ਕਿ ਇੱਥੇ ਕੋਈ ਲੇਡੀ ਟੀਚਰ ਕਿਵੇਂ ਪਹੁੰਚੂਗੀ ਜਿਹਨੂੰ ਡਰਾਈਵਿੰਗ ਨਹੀਂ ਆਉਂਦੀ, ਕਿਉਂਕਿ ਸਾਡੇ ਕਲਚਰ 'ਚ ਬਹੁਤ ਜਲਦੀ ਔਰਤ ਨੂੰ ਇਹ ਸਿਖਾਇਆ ਨਹੀਂ ਜਾਂਦਾ। ਜੇ ਆਉਂਦੀ ਵੀ ਆ ਉਹਨੂੰ ਕਾਰ ਕੌਣ ਲੈ ਕੇ ਦੇਊਗਾ, ਹਨਾ। ਉਹ ਸਕੂਟਰੀ ਤੱਕ ਹੀ ਬੜੀ ਮੁਸ਼ਕਿਲ ਨਾਲ ਪਹੁੰਚੀਆਂ। ਤਾਂ ਇਹ ਕਦੇ ਵੀ ਨਹੀਂ ਸੋਚਿਆ ਗਿਆ ਕਿ ਉਸ ਸੰਸਥਾ 'ਚ ਕੁੜੀ ਨੇ ਪਹੁੰਚਣਾ ਹੈ, ਇੱਕ ਬੇਟੀ ਨੇ ਪਹੁੰਚਣਾ ਹੈ, ਹਨਾ। ਤਾਂ ਉਹ ਬਸ ਐਵੇਂ ਬਣਾ ਦਿੱਤੀਆਂ ਗਈਆਂ ਨੇ। ਮੈਨੂੰ ਨਹੀਂ ਲੱਗਦਾ ਕਿ ਪ੍ਰੈਕਟੀਕਲੀ ਉਹ ਔਰਤ ਦੇ ਐਂਗਲ ਤੋਂ ਉਹਨਾਂ ਦੀ ਜਿੱਥੇ ਉਹ ਸਿਚੁਏਟਡ ਨੇ ਕਿਤੇ ਵੀ ਇਹ ਧਿਆਨ 'ਚ ਰੱਖਿਆ ਗਿਆ ਹੋਊਗਾ। ਦੂਜੀ ਗੱਲ, ਜਦੋਂ ਇਹੋ ਜਿਹੀਆਂ ਥਾਵਾਂ ਤੇ, ਜਦੋਂ ਇਹੋ ਜਿਹੀਆਂ ਦੂਰ ਦਰਾਡੇ ਵਾਲੀਆਂ ਬਿਲਡਿੰਗਾਂ 'ਚ ਕੁੜੀਆਂ ਨੇ ਪੜ੍ਹਨ ਜਾਣਾ ਹੈ ਤਾਂ ਫਿਰ ਉਹਨਾਂ ਨੇ ਠੀਕ ਹੈ ਕਿ ਕਾਲਜ ਟਾਈਮ ਤੋਂ ਕਾਲਜ ਟਾਈਮ ਤੱਕ ਤਾਂ ਵੀ 2:30-3 ਵਜੇ ਤੱਕ ਉਹਨਾਂ ਦੀਆਂ ਕਲਾਸਾਂ ਨੇ ਤੇ 9 ਵਜੇ ਉਹਨਾਂ ਨੇ ਆਉਣਾ ਹੈ। ਇਸ ਗੱਲ ਦਾ ਤਾਂ ਠੀਕ ਹੈ ਕਿ ਉਦੋਂ ਗਰੁੱਪਾਂ 'ਚ ਆਉਂਦੀਆਂ ਨੇ ਤੇ ਗਰੁੱਪਾਂ 'ਚ ਚਲੀਆਂ ਜਾਂਦੀਆਂ ਨੇ। ਜੇ ਕਿਸੇ ਕੁੜੀ ਕੋਲ NSS ਹੈ, ਜੇ ਕੋਈ ਲੜਕੀ ਖੇਡਣਾ ਚਾਹੁੰਦੀ ਹੈ, ਜੇ ਕੋਈ ਲੜਕੀ ਯੂਥ ਫੈਸਟੀਵਲ 'ਚ ਪਾਰਟਿਸਿਪੇਟ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਲੇਟ ਤੱਕ ਰੁਕਣਾ ਪਊਗਾ। ਕੱਲੀ ਨੂੰ ਉਹਨਾਂ ਥਾਵਾਂ ਤੋਂ ਟਰੈਵਲ ਵੀ ਕਰਨਾ ਪਊਗਾ। ਔਡ ਟਾਈਮਸ ਦੇ ਉੱਤੇ ਕੱਲੀ ਨੂੰ ਜਾਣਾ ਵੀ ਪਊਗਾ। ਉਹਨੂੰ ਸ਼ਾਮਾਂ ਵੀ ਹੋਣਗੀਆਂ। ਉਹ ਬੱਚੀਆਂ ਪਹਿਲਾਂ ਘਰੇ ਆਪਣੇ ਮਾਪਿਆਂ ਨਾਲ ਲੜਦੀਆਂ ਨੇ। ਪਹਿਲਾਂ ਘਰੇ ਸਭ ਤੋਂ ਮਾਪੇ ਉਹਨਾਂ ਦੇ ਰਸਤੇ ਦਾ ਰੋੜਾ ਹੁੰਦੇ ਨੇ ਕਿ ਨਹੀਂ, ਤੂੰ ਸ਼ਾਮ ਨੂੰ ਲੇਟ ਨਹੀਂ ਆਉਣਾ, ਤੂੰ ਕੱਲੀ ਨਹੀਂ ਜਾਣਾ। ਫਿਰ ਉਸ ਤੋਂ ਬਾਅਦ ਜਿਹੜਾ ਜੇ ਉਹ ਜਦੋਂ ਉੱਥੇ ਜਾਂਦੀਆਂ ਨੇ, ਲੇਟ ਪਹੁੰਚਦੀਆਂ ਨੇ, ਜਾਂ ਉੱਥੋਂ ਉਹਨਾਂ ਨੇ ਆਪਣੇ ਟੀਚਰ ਤੋਂ ਛੇਤੀ ਪਰਮਿਸ਼ਨ ਲੈਣੀ ਆ, ਤਾਂ ਫਿਰ ਉਹ ਅਧਿਆਪਕਾਂ ਨੂੰ ਅਰਜ਼ੀਆਂ ਦਿੰਦੀਆਂ ਨੇ, ਬੇਨਤੀਆਂ ਕਰਦੀਆਂ ਨੇ। ਅਧਿਆਪਕ ਕਹਿੰਦੇ ਆ ਪਾਰਟਿਸਿਪੇਟ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਜੇ ਤੁਸੀਂ ਨਹੀਂ ਰਹਿ ਸਕਦੇ ਇੰਨੇ ਵਜੇ ਤੱਕ ਤਾਂ ਠੀਕ ਹੈ, ਤੁਸੀਂ ਨਾਟਕ ਛੱਡ ਦਿਓ, ਤੁਸੀਂ ਭੰਗੜਾ ਛੱਡ ਦਿਓ, ਤੁਸੀਂ ਗਿੱਧਾ ਛੱਡ ਦਿਓ, ਤੁਸੀਂ ਖੇਡਣਾ ਛੱਡ ਦਿਓ, ਤੁਸੀਂ NSS ਛੱਡ ਦਿਓ। ਫਿਰ ਟੀਚਰਸ ਨਾਲ ਉਹਨਾਂ ਦੀ ਬਹਿਸਬਾਜ਼ੀ ਹੈ। ਉਸ ਦੇ ਦਰਮਿਆਨ, ਘਰ ਤੇ ਕਾਲਜ ਦੇ ਦਰਮਿਆਨ, ਉਹ ਸੜਕ ਨਾਲ ਲੜਾਈ ਆ ਉਹਨਾਂ ਦੀ। ਸੜਕ ਤੇ ਜਿਹੜਾ ਮੁਆਸ਼ਰਾ ਜਿਹਦੀ ਗੱਲ ਸੁਖਜਿੰਦਰ ਕਰ ਰਿਹਾ, ਉਹਦੇ ਨਾਲ ਲੜਾਈ ਆ। ਠੀਕ ਹੈ ਕਿ ਅਸੀਂ ਅੱਜ ਇੱਕ ਸਟੂਡੈਂਟ ਦੇ ਐਕਸਪੀਰੀਅੰਸ ਰਾਹੀਂ ਗੱਲ ਕਰ ਰਹੇ ਹਾਂ ਨਾ। ਇੱਕ ਸਟੂਡੈਂਟ ਨੂੰ ਜਦੋਂ ਤੁਸੀਂ ਇੱਕ ਸੰਸਥਾ ਬਣਾ ਰਹੇ ਹੋ, ਸਾਡੇ ਕੇਂਦਰ 'ਚ ਕਦੇ ਵੀ ਵਿਦਿਆਰਥੀ ਨਹੀਂ ਰਹੇ, ਪਹਿਲੀ ਗੱਲ ਤਾਂ, ਹਨਾ। ਜਦੋਂ ਕਿ ਸਿੱਖਿਆ ਦਾ ਕੇਂਦਰ ਵਿਦਿਆਰਥੀ ਹੁੰਦਾ ਹੈ, ਕਿ ਵਿਦਿਆਰਥੀ ਉੱਥੇ ਪਹੁੰਚੂਗਾ ਕਿਵੇਂ। ਵਿਦਿਆਰਥੀਆਂ ਦੇ ਵਿੱਚੋਂ ਵੀ ਵਿਦਿਆਰਥਣਾਂ ਕਦੇ ਵੀ ਨਹੀਂ ਰਹੀਆਂ ਕਿ ਵਿਦਿਆਰਥਣਾਂ ਨੂੰ ਕਿਸ ਕਿਸਮ ਦੀਆਂ ਸਮੱਸਿਆਵਾਂ। ਠੀਕ ਹੈ, ਸਾਡਾ ਮੁਆਸ਼ਰਾ ਜਿਸ ਕਿਸਮ ਦਾ ਹੈ, ਸਾਡਾ ਸਮਾਜ ਜਿਸ ਕਿਸਮ ਦਾ ਹੈ, ਉਹਨੂੰ ਵੀ ਬਦਲਣਾ ਚਾਹੀਦਾ ਹੈ। ਪਰ ਉਹਦੇ ਵਿੱਚ ਮੈਂ ਦੱਸਦੀ ਹਾਂ ਕਿ ਕੁੜੀਆਂ ਕਿਸ ਕਿਸਮ ਦੇ ਸਟਰਗਲ ਕਰਦੀਆਂ ਨੇ। ਸਾਡੀ ਸਿੱਖਿਆ ਦੇ ਕੇਂਦਰ 'ਚ ਘੱਟੋ ਘੱਟ ਅਸੀਂ ਬਿਲਡਿੰਗਾਂ ਬਣਾਉਣ ਲੱਗੇ ਹੀ ਸੋਚ ਲਈਏ ਕਿ ਇੱਥੇ ਸਾਡੇ ਪਿੰਡਾਂ ਦੀਆਂ ਕੁੜੀਆਂ ਨੇ ਆਉਣਾ ਹੈ। ਜੇ ਅਸੀਂ ਲਿੰਕ ਰੋਡ ਤੇ ਜਾਂ ਦੂਰ ਦਰਾਡੇ ਥਾਵਾਂ ਤੇ ਬਿਲਡਿੰਗਾਂ ਬਣਾਉਣੇ ਆ ਤਾਂ ਇਹਦਾ ਕੀ ਹੱਲ ਨਿਕਲੂਗਾ। ਇੱਕ ਮੈਨੂੰ ਇਹਨਾਂ ਨੇ ਸਪੈਸ਼ਲ ਕਿਹਾ ਸੀ ਕਿ ਤੁਸੀਂ ਵਿਚਕਾਰ ਦੀ ਨਿਕਲਣ ਵਾਲੀ ਗੱਲ ਜ਼ਰੂਰ ਆਪਣੇ ਜੀਵਨ ਅਨੁਭਵ ਰਾਹੀਂ ਸਾਂਝੀ ਕਰਨੀ ਆ। ਉਹ ਮੈਂ ਜ਼ਰੂਰ ਕਰ ਦਿੰਨੀ ਆ। ਤੇ ਦੋਸਤ ਮੈਨੂੰ ਟਾਈਮ ਦਾ ਵੀ ਥੋੜਾ ਅੰਦਾਜ਼ਾ ਜ਼ਰੂਰ ਦੱਸ ਦੇਣ ਕਿ ਉਹ ਇਹ ਸੀਗਾ ਅਮਰੀਕ, ਤੁਸੀਂ ਜਿਵੇਂ ਮੈਨੂੰ ਕਿਹਾ ਸੀਗਾ ਕਿ ਇਹ ਗੱਲ ਮੈਂ ਜ਼ਰੂਰ ਕਰਾਂ
कि मेरे घर च भी पढ़ाई लिखाई का कोई बहुता माहौल नहीं सी। मेरे तो पहला कोई भी मेरे घर च पढ़िया नहीं है। मेरे फादर एक बहुत ही सिंपल परिवार है मेरा, फलों की रेहड़ी लाउंदे सी, लंबा समा यही काम करते रहे ने। तां मैनू जदों मैं पढ़ना सी, मैनू आदत सी कि मैं पढ़ती रहिंदी, चाहे उदों तक मैं स्कूल टाइम तक सिलेबस ही पढ़ती हुंदी सी। तां मेरे मदर नू जिवें घरां च मावां नू हुंदा कि कुड़ी मेरे नाल उठ के काम करावे, ते मैनू आदत सी कि मैं थोड़ी कम चोर सी। उदों मैनू नहीं समझ सी कि मैं मां नू एक्सप्लॉइट कर रही हाँ, मां लेबर कर रही है। ये सारियां गल्लां मैनू बाद च जाके समझ आईयां ने, पर उदों मैं इस तरह की विद्यार्थन सी। ਤਾਂ ਮਾਂ ਨੇ ਜਦੋਂ ਮੈਨੂੰ ਕਹਿਣਾ ਵੀ ਤੂੰ ਉੱਠਦੀ ਕਿਉਂ ਨਹੀਂ, ਮੇਰੇ ਨਾਲ ਕੰਮ ਕਿਉਂ ਨਹੀਂ ਕਰਾਉਂਦੀ, ਤੇ ਇੱਕ ਦਿਨ ਮੇਰੀ ਮਾਂ ਮੈਨੂੰ ਬਹੁਤ ਗੁੱਸੇ 'ਚ ਕਹਿੰਦੀ ਵੀ ਤੇਰੇ ਪਿਓ ਨੇ ਤੈਨੂੰ ਪੜਾਉਣਾ ਤਾਂ ਹੈ ਨਹੀਂ, ਚੱਕ ਕੇ ਕਿਤਾਬਾਂ ਬੈਠੀ ਰਿਹਾ ਕਰ, ਤੂੰ ਫਿਰ ਕਿਹੜਾ ਉੱਤੋਂ ਦੀ ਹੋ ਕੇ ਪੜ੍ਹ ਲੇਂਗੀ। ਮੰਮੀ ਦਾ ਇਹ ਵਾਕ ਸੀ ਕਿ ਫਿਰ ਤੂੰ ਉੱਤੋਂ ਦੀ ਹੋ ਕੇ ਪੜ੍ਹ ਲੇਂਗੀ। ਤੇ ਮੈਂ ਉਹਨਾਂ ਨੂੰ ਪਤਾ ਨਹੀਂ ਮੈਨੂੰ ਕਿੱਥੋਂ ਇਹ ਊਰਜਾ ਮੇਰੇ 'ਚ ਪੈਦਾ ਹੋਈ ਕਿ ਮੈਂ ਉਹਨਾਂ ਨੂੰ ਕਿਹਾ ਕਿ ਉੱਤੋਂ ਦੀ ਥੱਲੋਂ ਦੀ ਜੇ ਲੋੜ ਪਈ ਤਾਂ ਵਿਚਕਾਰ ਦੀ ਲੰਘ ਕੇ ਪੜ੍ਹ ਲੂੰਗੀ, ਪਰ ਮੈਂ ਪੜੂੰਗੀ। तो इस तरह मतलब दा ये मैनू ये भी नहीं पता मैं ये वाक किवें बोलता सी, पर ये वाक मेरी मदर नू भी याद है, वो किहड़ी एनर्जी सी जिन्हें मेरे तो वाक बुलवाया सी। तां इस तरह की जिहड़ी गल मैनू लगदा सी कि करन वाली है। एक मैं होर जदों पिछले दिनां च अपने फरोलिया अपने विद्यार्थी अनुभवां नू, तां मेरे प्राइमरी तक दी जिहड़ी एजुकेशन है मैं अपने अध्यापकों के बच्चों के नाल ही पढ़ी आ। मतलब उत्थे ही साडे अध्यापकों के बच्चे पढ़ते सी जेड़े स्कूल च मैं पढ़ रही सी। उदों मैनू इस गल दे कोई बहुते अर्थ नहीं पता सी कि इस गल दे की अर्थ है। हुण मैनू लगदा है कि जे अध्यापकों के बच्चे भी उत्थे ही पढ़ते ने, चाहे वो मेरा चौथी तक का स्कूल सी जिहड़ा उत्थे एक मॉडल स्कूल सी साडे भगते, जिहदे विच चरणजीत मानू के इस्त्री जागृति मंच वाले ਉਹ ਸਾਨੂੰ ਪੜਾਉਂਦੇ ਹੁੰਦੇ ਸੀ। ਚਰਨਜੀਤ ਅਸੀਂ ਉਦੋਂ ਮੈਡਮ ਨਹੀਂ ਕਹਿੰਦੇ ਸੀ, ਆਂਟੀ ਕਹਿੰਦੇ ਸੀ। ਚਰਨਜੀਤ ਆਂਟੀ ਸਾਨੂੰ ਪੜਾਉਂਦੇ ਹੁੰਦੇ ਸੀ। ਤੇ ਉਹਨਾਂ ਦੀ ਬੇਟੀ ਨਵਚਰਨਪ੍ਰੀਤ ਜਿਹੜੀ ਬਹੁਤ ਅਧਿਆਪਕ ਕਾਰਕੁਨ ਹੈ, ਬਹੁਤ ਐਕਟਿਵ, ਤੁਸੀਂ ਨਵਚਰਨ ਨੂੰ ਸਾਰੇ ਜਾਣਦੇ ਹੋ, ਉਹ ਚੌਥੀ ਤੱਕ ਮੇਰੀ ਕਲਾਸਮੇਟ ਸੀ। फिर उस तो बाद असी सरकारी प्राइमरी स्कूल च जदों आए तो उत्थे भी जिहड़े मेरे टीचर सी मास्टर मदनपाल भगता जिहड़े सानू 5वीं जमात नूं पढ़ाउंदे सी, तां उन्हां दा बेटा साडे नाल ही पढ़दा सी, वो मेरे गवांढी भी सी। तां मैनू वो साल मेरी जिहड़ी 5वीं जमात है खास तौर ते जदों मैं मास्टर मदनपाल भगता जी नाल पढ़ रही सी, उन्हां तो कुछ सिख रही सी, उन्हें मेरी जिंदगी च बड़े क्रांतिकारी तब्दीलियां लियांदियां। मैं अपने उस टीचर का देन कदे भी नहीं दे सकती। तुसी टीचर्स बारे जानना चाहया, जिहड़े मेरे बचपन के टीचर्स ने। मैनू पहली बार स्टेज ते बोलना, मैं एक फलों की रेहड़ी लाउण वाले दी कुड़ी सी। वो टीचर मेरे गुआंढ च रहिंदा सी। उन्हें मैनू किवें पछाणिया कि मेरे अंदर कुछ है। उन्होंने मैनू भाषण प्रतियोगिता लई तैयारी करवाई। एक 5वीं जमात का बच्चा, मैं हुण भी जदों सोचदी हाँ कि वो किवें भाषण दिंदा होऊगा, मैं भाषण दिंदी सी। ते मैं अपनी 5वीं दे विच उस टीचर करके, मास्टर मदनपाल जी हुणा करके, मैं तहसील दी बेस्ट स्पीकर रही 5वीं दे विच। उस तो पहला मैनू नहीं पता सी भाषण देना की हुंदा। उन्होंने मेरे अंदरों कोई कुछ सियाणिया, मेरे अंदरों कुछ कढ़िया, मैनू पॉलिश कीता। ते फिर उन्हां दा घर साडे घर दे सामने ही सीगा। ते जदों ही मतलब उन्हां दे दोस्त आउंदे, बारू सतवर्ग वर्गे कामरेड संत राम उदासी हुण नाल भी उन्हां दा आउणा जाना सी। उदों मैनू नहीं याद सी, मैनू नहीं पता कि मैं उन्हां दे किहड़े-किहड़े दोस्तां नूं मिली आ जदों मैं 5वीं च सी। पर उन्हां दे घरे जदों भी कामरेड मित्र उन्हां नूं मिलण आउंदे तां ओह DTF दे प्रधान भी रहे, बठिंडा जिले दे प्रधान रहे। ते उदों मैं सारा कुछ नहीं जानती सी। 5वीं दे बच्चे नूं किन्ना क पता हुंदा ना। ते मैं उदों उन्हां ने मैनू आवाज़ मारनी, मैं गुआंढियां दे घरे मतलब उन्होंने आवाज़ मारनी अपने गेट अगों खड़े होके कि नीतू पुत्त आई माड़ा जा आपदा भाषण सुनाई। मैनू हले भी ये गल ते नीतू पुत्त फिर शुरू हो जाता। उन्होंने पता ही नहीं अपने किन्ने दोस्तां नूं मेरा भाषण सुनाया। हुण मैनू हासा आउंदा ते मैनू ऐ लगदा कि वो एक साल जिहड़ा मेरी लाइफ दा बहुत क्रांतिकारी तब्दीली दा साल सी। मैं 1 साल ही उन्हां तों पढ़ी हाँ। ते क्योंकि प्राइमरी स्कूल 5वीं तक सी ते मैं 5वीं च ही सरकारी प्राइमरी स्कूल च दाखला लिया सी।
ਤੋ ਉਹ ਮੈਨੂੰ ਪਿਆਰ ਬਹੁਤ ਕਰਦੇ। ਉਹਨਾਂ ਨੇ ਜਦੋਂ ਵੀ ਮੈਨੂੰ ਮਿਲਣਾ, ਤੂੰ ਸਾਡੀ ਕੁੜੀ ਬਣ ਜਾ, ਤੂੰ ਸਾਡੀ ਕੁੜੀ ਬਣ ਜਾ। ਉਹ ਚਾਹੇ ਬਾਅਦ ਦੀ ਸਟੋਰੀ ਆ ਕਿ ਮੈਂ ਸੱਚੀ ਮੁੱਚੀ ਉਹਨਾਂ ਦੇ ਘਰ ਉਹਨਾਂ ਦੀ ਨੂੰਹ ਬਣ ਕੇ ਚਲੀ ਗਈ ਕਈ ਸਾਲਾਂ ਬਾਅਦ। ਉਦੋਂ ਇਹ ਕੋਈ ਇਮੈਜਿਨੇਸ਼ਨ 'ਚ ਨਹੀਂ ਸੀ ਕਿ ਇਸ ਤਰ੍ਹਾਂ ਚੀਜ਼ਾਂ ਮੋੜ ਲੈਣਗੀਆਂ। ਤੋ ਪਰ ਉਹ ਮੈਨੂੰ ਬਹੁਤ ਮੁਹੱਬਤ ਕਰਦੇ ਸੀਗੇ। ਉਹਨਾਂ ਨੇ ਮੈਨੂੰ ਹਮੇਸ਼ਾ ਕਹਿਣਾ ਕਿ ਤੂੰ ਸਾਡੀ ਕੁੜੀ ਬਣ ਜਾ। ਤੇ ਮੈਨੂੰ ਉਹਨਾਂ ਦੇ ਵਾਕ, ਉਹ ਜਿਹੜੇ ਬਚਪਨ 'ਚ ਬੋਲੇ ਹੋਏ ਸੀ, ਉਹ ਹਮੇਸ਼ਾ ਹੀ ਮੈਨੂੰ ਯਾਦ ਰਹੇ। ਤੇ ਉਹਨਾਂ ਨੇ ਮੈਨੂੰ ਇੱਕ ਬਹੁਤ ਕੌਨਫੀਡੈਂਸ ਵੀ ਦਿੱਤਾ ਕਿ ਮੈਂ ਇੱਕ ਸਧਾਰਨ ਘਰ ਦੀ ਕੁੜੀ, ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦੇ ਵਿੱਚ ਟੀਚਰ ਦਾ ਮੋਹ ਪਿਆਰ ਤੇ ਮੇਰੇ ਤੇ ਵਿਸ਼ਵਾਸ ਕਰਨਾ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਇੱਕ ਘਟਨਾ ਰਹੀ ਹੈ। ਕੁਝ ਦੋਸਤ ਸਵਾਲ ਪੁੱਛ ਰਹੇ ਨੇ, ਜਿਵੇਂ ਜਸਦੀਪ ਪੁੱਛ ਰਿਹਾ ਕਿ ਉਹਨਾਂ ਕਿਤਾਬਾਂ ਦਾ ਜ਼ਿਕਰ ਜ਼ਰੂਰ ਕਰਿਓ ਕਿ ਜਿਹੜੀਆਂ ਤੁਹਾਨੂੰ ਬਹੁਤ ਪਸੰਦ ਨੇ। ਜਸਦੀਪ, ਮੈਨੂੰ ਪਹਿਲਾ ਅਧਿਆਪਕ ਕਿਤਾਬ ਬਹੁਤ ਪਸੰਦ ਹੈ, ਸੁਪਨ ਸਾਜ ਬਹੁਤ ਪਸੰਦ ਹੈ। ਸੁਪਨ ਸਾਜ ਨੇ ਮੈਨੂੰ ਬਹੁਤ ਚੇਂਜ ਕੀਤਾ। ਪਰ ਜੇ ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਗੱਲ ਦੱਸਣੀ ਹੋਵੇ ਤਾਂ ਉਹ ਇਹ ਆ, ਤੁਹਾਡੇ ਚੋਂ ਬਹੁਤੇ ਲੋਕਾਂ ਨੂੰ ਮੈਂ ਜਦੋਂ ਸਾਹਿਤਕਾਰਾਂ ਦੀਆਂ, ਲੇਖਕਾਂ ਦੀਆਂ ਇੰਟਰਵਿਊ ਸੁਣਦੀ ਆ ਤਾਂ ਉਹ ਕਹਿੰਦੇ ਆ ਕਿ ਮੈਂ BA ਤੱਕ ਆ ਲਿਟਰੇਚਰ ਪੜ੍ਹ ਲਿਆ ਸੀ, ਮੈਂ 10ਵੀਂ 'ਚ ਹੀ ਪੜ੍ਹ ਲਿਆ ਸੀ, ਮੈਂ 12ਵੀਂ 'ਚ ਹੀ ਪੜ੍ਹ ਲਿਆ ਸੀ। ਮੈਂ ਆਪਣੀ BA ਤੱਕ ਸਿਲੇਬਸ ਤੋਂ ਬਿਨਾਂ ਕੋਈ ਕਿਤਾਬ ਨਹੀਂ ਪੜ੍ਹੀ। ਮੇਰੇ ਘਰ 'ਚ ਸਿਲੇਬਸ ਤੋਂ ਬਿਨਾਂ ਕੋਈ ਕਿਤਾਬ ਨਹੀਂ ਸੀ। 5ਵੀਂ ਦਾ ਮੈਨੂੰ ਚੰਗਾ ਟੀਚਰ ਮਿਲਿਆ ਸੀ, ਉਹ 1 ਸਾਲ ਮਿਲਿਆ। ਉਦੋਂ ਸ਼ਾਇਦ ਮੈਂ ਕੁਝ ਚੀਜ਼ਾਂ ਉਹਨਾਂ ਤੋਂ ਸਿੱਖੀਆਂ। ਉਸ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਖਲਾਅ, ਮਤਲਬ ਮੈਂ ਬਹੁਤ ਪੜ੍ਹਾਕੂ ਸਟੂਡੈਂਟ ਸੀ, ਸਿਲੇਬਸ ਬਹੁਤ ਚੰਗਾ ਪੜ੍ਹਦੀ ਸੀ। BA ਮੈਂ ਇੱਕ ਵਿਮਨ ਕਾਲਜ ਲੁਧਿਆਣੇ ਕੀਤੀ, ਪਰ ਮੈਨੂੰ ਹਲੇ ਤੱਕ ਵੀ ਉਹਨਾਂ ਆਪਣੇ ਅਧਿਆਪਕਾਂ ਨਾਲ ਗੁੱਸਾ ਹੈ ਕਿ ਮੈਂ ਜਿਸ ਕਿਸਮ ਦੀ ਪੜ੍ਹਨ ਵਾਲੀ ਵਿਦਿਆਰਥਣ ਸੀ, ਸਾਡੇ ਕਿਸੇ ਅਧਿਆਪਕ ਨੇ ਕਦੇ ਸਾਨੂੰ ਕੁਝ ਵੀ ਪੜ੍ਹਨ ਲਈ ਨਹੀਂ ਕਿਹਾ, ਕਦੇ ਕੋਈ ਕਿਤਾਬ ਦਾ ਨਾਮ ਨਹੀਂ ਲਿਆ ਵੀ ਤੁਸੀਂ ਆਹ ਕਿਤਾਬ ਪੜ੍ਹੋ ਕਦੇ। ਤੇ ਮੈਨੂੰ ਮਤਲਬ ਸੱਚਮੁੱਚ ਲੱਗਦਾ ਹੁੰਦਾ ਹੈ ਕਿ ਮੈਨੂੰ ਇੰਨਾ ਗੁੱਸਾ ਆਉਂਦਾ ਕਦੇ-ਕਦੇ ਕਿ ਕਿਸੇ ਨੇ ਮੈਨੂੰ ਦੱਸਿਆ ਕਿਉਂ ਨਾ ਵੀ ਤੂੰ ਕਿਸੇ ਹੋਰ ਕਾਲਜ ਦਾਖਲਾ ਲੈ ਲਾ, ਕਿਸੇ ਨੂੰ ਤਾਂ ਪਤਾ ਹੋਊਗਾ ਕਿ ਫਲਾਨੀ ਥਾਂ ਤੇ ਚੰਗੇ ਅਧਿਆਪਕ ਨੇ, ਕੋਈ ਤਾਂ ਮੈਨੂੰ ਗਾਈਡ ਕਰ ਦਿੰਦਾ। ਮੈਂ ਲੁਧਿਆਣੇ ਪੜ੍ਹਨ ਗਈ, ਇਹ ਵੀ ਨਹੀਂ ਕਿ ਮੈਂ ਕੋਈ ਬਹੁਤ, ਕਿਉਂਕਿ ਲੁਧਿਆਣਾ ਉਦੋਂ ਐਜੂਕੇਸ਼ਨ ਸੈਂਟਰ ਸੀ, ਬਿਗੇਸਟ ਐਜੂਕੇਸ਼ਨ ਸੈਂਟਰ ਸੀ ਪੰਜਾਬ ਦਾ, ਬੜੇ ਅੱਛੇ ਕਾਲਜ 'ਚੋਂ ਪੜ੍ਹੀਆਂ। ਘਰਦਿਆਂ ਦੀ ਇਹ ਜਿੱਦ ਸੀ ਕਿ ਕੋਐਡ 'ਚ ਨਹੀਂ ਪੜ੍ਹਾਉਣਾ, ਵਿਮਨ ਕਾਲਜ ਪੜ੍ਹੀ। ਤੇ ਉੱਥੇ ਮਤਲਬ ਜਿੱਥੇ ਇੰਨੇ ਵਧੀਆ ਵਧੀਆ ਟੀਚਰਸ ਵੀ ਸੀਗੇ, ਪਤਾ ਨਹੀਂ ਮੈਂ ਉਹਨਾਂ ਨੂੰ ਵਧੀਆ ਕਹਿ ਵੀ ਸਕਦੀ ਹਾਂ ਕਿ ਨਹੀਂ, ਜਿਨ੍ਹਾਂ ਦਾ ਨਾਮ ਹੈ ਸਾਡੇ ਫੀਲਡ ਦੇ ਵਿੱਚ, ਪਰ ਮੈਨੂੰ ਕਦੇ ਕਿਸੇ ਅਧਿਆਪਕ ਨੇ ਨਹੀਂ ਕਿਹਾ ਕਿ ਤੂੰ ਫਲਾਨੀ ਕਿਤਾਬ ਪੜ੍ਹ ਲਾ। ਤੇ ਮੈਨੂੰ ਮਤਲਬ ਬਹੁਤ ਇਸ ਗੱਲ ਦਾ ਗਿਲਾ ਹੈ। ਪਰ ਹਾਂ, ਜਿਹੜੀਆਂ ਤੁਸੀਂ ਕਿਤਾਬਾਂ ਪੁੱਛ ਰਹੇ ਹੋ, ਮੈਂ ਬਾਅਦ 'ਚ ਜਦੋਂ ਮੈਂ MA ਪੰਜਾਬੀ ਸ਼ੁਰੂ ਕੀਤੀ ਹੈ, ਉਸ ਤੋਂ ਬਾਅਦ ਮੈਂ ਆਪਣੇ ਪੱਧਰ ਤੇ ਜਾਂ ਆਪਣੇ ਦੋਸਤਾਂ ਨਾਲ ਜਾਂ ਬਾਅਦ ਵਾਲੇ ਟੀਚਰਸ ਨਾਲ, MA ਤੋਂ ਬਾਅਦ ਮੈਨੂੰ ਕੁਝ ਅੱਛੇ ਟੀਚਰ ਫਿਰ ਮਿਲੇ, ਤਾਂ ਉਦੋਂ ਪੜ੍ਹਨਾ ਲਿਖਣਾ ਸ਼ੁਰੂ ਕੀਤਾ। ਮੈਂ ਤਾਂ ਇੱਕ ਰੇੜੀ ਲਾਉਣ ਵਾਲੇ ਦੇ ਘਰ 'ਚ ਪੈਦਾ ਹੋਈ ਸੀ। ਸਾਡੇ ਘਰ ਕੋਈ ਪੜ੍ਹਨ ਲਿਖਣ ਵਾਲਾ, ਸਿਲੇਬਸ ਪੜ੍ਹਨ 'ਚ ਮੈਂ ਬਹੁਤ ਅੱਛੀ ਸੀ, ਕਲਾਸਾਂ ਦੀ ਟੌਪਰ ਵੀ ਰਹਿੰਦੀ ਸੀ, ਵਧੀਆ ਪੜ੍ਹਦੀ ਸੀ, ਸਭ ਕੁਝ ਠੀਕ ਸੀ, ਪਰ ਕਦੇ ਕਿਸੇ ਟੀਚਰ ਨੇ ਕੁਝ ਪੜ੍ਹਨ ਨੂੰ ਨਹੀਂ ਕਿਹਾ। ਇਹ ਮੈਨੂੰ ਗੱਲ ਬਹੁਤ ਮਤਲਬ ਅੰਦਰ ਤੱਕ ਦਰਦ ਦਿੰਦੀ ਹੈ ਕਿ ਮੈਂ ਕਿੰਨਾ ਕੁਝ ਮਿਸ ਕੀਤਾ, ਨਹੀਂ ਮੈਂ ਕਿੰਨਾ ਕੁਝ ਹੋਰ ਪੜ੍ਹ ਲੈਣਾ ਸੀ। ਜਦੋਂ ਵੀ ਕਦੋਂ ਕੋਈ ਵਿਦਿਆਰਥੀ ਪਹਿਲੀ ਵਾਰ ਕੋਈ ਰਚਨਾ ਲਿਖਦਾ ਹੈ ਤਾਂ ਆਪਣੇ ਅਧਿਆਪਕ ਨੂੰ ਦਿਖਾਉਂਦਾ ਹੈ, ਤਾਂ ਉਸ ਸਮੇਂ ਵਿਦਿਆਰਥੀ ਦੀ ਮਾਨਸਿਕ ਸਥਿਤੀ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਉਂਕਿ ਤੁਸੀਂ ਇੱਕ ਆਪ ਵੀ ਇੱਕ ਕਵੀ ਹੋ। ਮੈਂ ਪਹਿਲੀਆਂ ਕਵਿਤਾਵਾਂ 8ਵੀਂ 9ਵੀਂ 'ਚ ਮੈਂ ਕਵਿਤਾ 'ਚ ਲਿਖਣੀ ਸ਼ੁਰੂ ਕਰਤੀ ਸੀ, ਤੇ ਪਹਿਲੀ ਵਾਰ ਮੈਂ 10ਵੀਂ ਦੇ ਵਿੱਚ ਸਾਡੇ ਸਕੂਲ ਦੇ ਪ੍ਰਿੰਸੀਪਲ ਸੀ ਸਰਕਾਰੀ ਸਕੂਲ 'ਚ, ਉਹਨਾਂ ਨੇ, ਮੈਂ ਬਾਲ ਸਭਾ 'ਚ ਬੋਲਦੀ ਹੁੰਦੀ ਸੀ ਤਾਂ ਮੇਰੀ ਕੋਈ ਕਵਿਤਾ ਸੁਣੀ, ਉਹਨਾਂ ਨੇ ਮੈਨੂੰ ਬੜੀ ਹੱਲਾਸ਼ੇਰੀ ਦਿੱਤੀ ਤੇ ਕਿਹਾ ਕਿ ਆਪਾਂ, ਉਹ 94 ਦੀ ਮੈਂ ਗੱਲ ਕਰ ਰਹੀ ਹਾਂ, ਅੱਜ ਕੱਲ੍ਹ ਤਾਂ ਸਕੂਲਾਂ 'ਚ ਮੈਗਜ਼ੀਨ ਨਿਕਲਣੇ ਕੰਪਲਸਰੀ ਹੋਏ ਨੇ, ਉਦੋਂ ਇਸ ਤਰ੍ਹਾਂ ਦਾ ਕੋਈ ਸੰਕਲਪ ਨਹੀਂ ਹੁੰਦਾ ਸੀ। ਤਾਂ ਉਹ ਬੜੇ ਅੱਛੇ ਪ੍ਰਿੰਸੀਪਲ ਸੀ, ਉਹ ਵੀ ਸਾਡੇ ਕਾਲਜ 1 ਸਾਲ ਹੀ ਉੱਥੇ ਸਕੂਲ 'ਚ ਆਏ ਸੀ, ਸਰਕਾਰੀ ਸਕੂਲ ਭਗਤਾ ਭਾਈਕਾ 'ਚ, ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਨਾ ਸਕੂਲ ਦਾ ਮੈਗਜ਼ੀਨ ਛਾਪਾਂਗੇ, ਤੂੰ ਲਿਖਿਆ ਕਰ। ਮੈਨੂੰ ਇੰਨਾ ਕੁ ਯਾਦ ਹੈ, ਮੈਨੂੰ ਹੋਰ ਕੁਝ ਨਹੀਂ, ਮੈਨੂੰ ਉਹ ਰਚਨਾ ਵੀ ਨਹੀਂ ਯਾਦ। ਫਿਰ ਮੈਂ ਆਪਣੀਆਂ ਕੁਝ ਪਹਿਲੀਆਂ ਕਵਿਤਾਵਾਂ BA 'ਚ ਲਿਖੀਆਂ, ਜਿਹੜੀਆਂ ਮਤਲਬ ਉਹ ਭੁੱਲ ਗਈਆਂ ਮੈਨੂੰ, 8ਵੀਂ 10ਵੀਂ ਵਾਲੀਆਂ। ਫਿਰ BA 'ਚ ਮੇਰੀ ਇੱਕ ਦੋਸਤ ਸੀਗੀ, ਉਹ ਮੇਰੇ ਤੋਂ ਵੱਖਰੇ ਕਾਲਜ 'ਚ ਚਲੀ ਗਈ, ਜਿਵੇਂ ਮੈਂ ਕਿਹਾ ਵੀ ਅਸੀਂ ਕਾਲਜਾਂ 'ਚ ਦਾਖਲੇ ਕਿਵੇਂ ਲੈਂਦੇ ਆ, ਤੇ ਮੈਂ ਉਹਦੇ ਵਿਯੋਗ 'ਚ, ਆਪਣੀ ਸਹੇਲੀ ਤੋਂ ਵਿਛੜਨ ਦੇ ਵਿਯੋਗ 'ਚ ਕੁਝ ਕਵਿਤਾਵਾਂ ਲਿਖੀਆਂ। ਫਿਰ ਉਸ ਤੋਂ ਬਾਅਦ ਮੈਂ MA 'ਚ, ਜਿਹਨੂੰ ਮੈਂ ਕਵਿਤਾ ਕਹਿ ਸਕਦੀ ਹਾਂ, ਅਧਿਆਪਕਾਂ ਨੂੰ ਦਿਖਾਉਣ ਵਾਲਾ ਐਕਸਪੀਰੀਅੰਸ ਮੇਰਾ ਇੱਦਾਂ ਹੈ ਕਿ
ਕੋਈ ਬਹੁਤਾ ਮੈਨੂੰ ਯਾਦ ਨਹੀਂ ਹੈ ਕਿ ਮੈਂ ਕਿਸੇ ਅਧਿਆਪਕ ਨੂੰ, ਮੈਂ ਬਾਅਦ ਚ ਦੱਸ ਦਿੰਨੀ ਆ ਕਿ ਜਦੋਂ ਮੈਂ ਕਿਤਾਬ ਛਪਾਉਣ ਬਾਰੇ ਆਪਣੀ ਪਹਿਲੀ ਸੋਚ ਰਹੀ ਸੀ ਤਾਂ ਮੈਂ ਆਪਣੇ PhD ਦੇ ਗਾਈਡ ਡਾਕਟਰ ਸੁਰਜੀਤ ਹੁਣਾਂ ਨੂੰ ਆਪਣੀਆਂ ਕੁਝ ਕਵਿਤਾਵਾਂ ਦਿੱਤੀਆਂ। ਤਾਂ ਉਹਨਾਂ ਨੂੰ ਮੈਂ ਕਾਫੀ ਸਾਰੀਆਂ ਕਵਿਤਾਵਾਂ ਦਿੱਤੀਆਂ। ਉਹਨਾਂ ਨੇ ਕੀ ਕੀਤਾ ਵੀ ਉਹਦੇ ਵਿੱਚੋਂ 7 ਕਵਿਤਾਵਾਂ 6 ਜਾਂ 7 ਕਵਿਤਾਵਾਂ ਕੱਢ ਕੇ ਇੱਕ ਪਾਸੇ ਕਰ ਲਈਆਂ, ਬਾਕੀ ਸਾਰੀਆਂ ਕਹਿੰਦੇ ਵੀ ਇਹ ਸਿੱਟ ਦੇ, ਇਹ ਨਹੀਂ ਹੈਗੀਆਂ ਕਵਿਤਾਵਾਂ। ਦਿਸ ਵਾਜ਼ ਤੇ ਮੈਨੂੰ ਪਹਿਲੀ ਵਾਰੀ ਸ਼ਾਇਦ ਮੈਂ ਉਹਨਾਂ ਨੂੰ ਹੀ ਪੜ੍ਹਨ ਨੂੰ, ਉਹਨਾਂ ਤੇ ਵਿਸ਼ਵਾਸ ਕੀਤਾ ਕਿ ਮੈਂ ਉਹਨਾਂ ਨੂੰ ਪੜ੍ਹਨ ਨੂੰ ਆਪਣੀਆਂ ਕਵਿਤਾਵਾਂ ਦੇਵਾਂ ਜਦੋਂ ਮੈਂ PhD ਕਰ ਰਹੀ ਸੀ। ਪਰ ਮੈਨੂੰ ਚੰਗਾ ਲੱਗਿਆ ਕਿ ਉਹਨਾਂ ਨੇ ਮੈਨੂੰ ਕੋਈ ਬਿਨਾਂ ਮਤਲਬ ਤੋਂ ਮੇਰੀ ਪ੍ਰੇਜ਼ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਇਹ ਕਵਿਤਾਵਾਂ ਨਹੀਂ ਹੈਗੀਆਂ ਘੱਟੋ ਘੱਟ, ਤੇ ਮੈਂ ਉਹ ਕਵਿਤਾਵਾਂ ਉਸ ਤੋਂ ਬਾਅਦ ਕਦੇ ਨਹੀਂ ਦੇਖੀਆਂ। ਮਤਲਬ ਮੈਂ ਉਹਨਾਂ ਨੂੰ ਕੱਢਤਾ ਆਪਣੀ ਸਕ੍ਰਿਪਟ 'ਚੋਂ। ਉਸ ਤੋਂ ਬਾਅਦ ਜਿਹੜੀਆਂ ਮੇਰੀ ਕਿਤਾਬ 'ਚ ਕਵਿਤਾਵਾਂ ਨੇ, ਪਹਿਲੀ ਕਿਤਾਬ 'ਚੋਂ ਸਭ ਨਵੀਆਂ ਕਵਿਤਾਵਾਂ ਨੇ। ਤੇ ਮੈਂ ਉਸ ਤੋਂ ਬਾਅਦ ਕਿੰਨੇ ਸਾਲ ਉਵੇਂ 2-3 ਸਾਲਾਂ ਬਾਅਦ ਆਪਣੀ ਕਿਤਾਬ ਛਪਵਾਈ, ਨਹੀਂ ਉਹ ਸ਼ਾਇਦ 2 ਸਾਲ ਪਹਿਲਾਂ ਮੈਂ ਛਪਵਾ ਦਿੰਦੀ। ਮੈਂ ਉਹਨਾਂ ਤੇ ਭਰੋਸਾ ਕੀਤਾ ਤੇ ਉਹਨਾਂ ਨੇ ਮੈਨੂੰ ਜਿਹੜੀ ਗੱਲ ਕਹੀ ਸੀ ਕਿ ਜਿਹੜੀ ਬਾਹਰੋਂ ਦਿਖਣ 'ਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਆਈਡੀਆ ਨੂੰ ਜ਼ਬਰਦਸਤੀ ਆਪਣੀ ਕਵਿਤਾ 'ਚ ਲੈ ਕੇ ਆ ਰਹੇ ਹੋ, ਉਹ ਕਵਿਤਾ ਕੋਈ ਬਹੁਤ ਅਸਰ ਨਹੀਂ ਕਰਦੀ ਹੁੰਦੀ। ਤੁਹਾਡਾ ਆਈਡੀਆ ਤੁਹਾਡੀ ਕਵਿਤਾ ਦੇ ਅੰਦਰ ਉਹਦੀਆਂ ਤਹਿਾਂ 'ਚ ਪਿਆ ਹੋਣਾ ਚਾਹੀਦਾ, ਉਹ ਕਵਿਤਾ ਚੰਗੀ ਕਵਿਤਾ ਹੁੰਦੀ ਹੈ। ਤੇ ਮੈਂ ਇਸ ਗੱਲ ਨੂੰ ਫਿਰ ਬਹੁਤ ਬਾਅਦ 'ਚ ਜਾ ਕੇ ਸਿੱਖਿਆ। ਮੈਨੂੰ ਵਕਤ ਦਾ ਜ਼ਰੂਰ ਦੱਸ ਦਿਓ ਜਦੋਂ ਤੁਸੀਂ ਕਹੋਗੇ ਆਪਾਂ ਇਹਨੂੰ ਬੰਦ ਕਰ ਦਾਂਗੇ। ਇੱਕ ਮੈਂ ਵਿਸ਼ੇ ਦੀ ਚੋਣ ਬਾਰੇ ਗੱਲ ਕਰਨਾ ਚਾਹੁੰਦੀ ਆ ਕਿ ਸਾਡੇ ਇਹ ਸੋਚਿਆ ਜਾਂਦਾ ਵੀ ਜੇ ਕੋਈ ਬੱਚਾ ਥੋੜਾ ਜਿਹਾ ਇੰਟੈਲੀਜੈਂਟ ਹੈ, ਮੈਂ ਚਾਹੇ ਆਪਣੇ ਆਪ ਨੂੰ ਮੀਡੀਓਕਰ ਕਹਿ ਰਹੀ ਹਾਂ, ਪਰ ਪਿੰਡ ਦੇ ਵਿੱਚ ਫਸਟ ਸੈਕਿੰਡ ਆਉਣ ਵਾਲੇ ਬੱਚੇ ਇੰਟੈਲੀਜੈਂਟ ਹੀ ਸਮਝੇ ਜਾਂਦੇ ਹੁੰਦੇ ਆਲੇ ਦੁਆਲੇ ਦੁਆਰਾ, ਮੈਂ ਨਹੀਂ ਸਮਝਦੀ ਉਸ ਤਰ੍ਹਾਂ। ਤਾਂ ਘਰਦਿਆਂ ਨੂੰ ਲੱਗਦਾ ਸੀ ਵੀ ਜੇ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਸਾਡੇ ਲੋਕਲ +1 +2 ਦਾ ਸਕੂਲ ਸੀ ਕੋਐਡ, ਕਿ ਤੁਸੀਂ ਇੱਥੇ ਨਹੀਂ ਪੜ੍ਹਨਾ ਹੈਗਾ, ਕੋਐਡ 'ਚ ਨਹੀਂ ਪੜ੍ਹਨਾ। ਫਿਰ ਕਿਸੇ ਹੌਸਟਲ 'ਚ ਲਾਉਣਾ ਜਿਹੜਾ ਸੈਂਟਰਲ ਜੇਲ੍ਹ ਵਰਗਾ ਹੋਵੇ ਤੇ ਕੁੜੀਆਂ ਦਾ ਹੋਵੇ। ਫਿਰ ਅਸੀਂ 4 ਸਹੇਲੀਆਂ ਨੇ ਮਿਲ ਕੇ ਲੁਧਿਆਣੇ ਦਾਖਲਾ ਲਿਆ। ਘਰਦਿਆਂ ਨੂੰ ਮਨੂ ਕੇ ਮੰਨ ਗਏ ਸੀ ਉਹ, ਕੁਝ ਟੀਚਰਸ ਦੇ ਕਹਿਣ ਤੇ ਕੁਝ ਇਸ ਤਰ੍ਹਾਂ ਨਾਲ। ਫਿਰ ਕੀ ਹੋਇਆ ਕਿ ਉਸ ਤੋਂ ਬਾਅਦ ਇਹ ਉਹਨਾਂ ਦੀ ਜਿੱਦ ਸੀ ਵੀ ਜੇ ਬਾਹਰ ਪੜ੍ਹਨ ਜਾਣਾ ਤੇ ਫਿਰ ਆਰਟਸ ਕਾਹਦੇ ਵਾਸਤੇ ਪੜ੍ਹਨੀ ਆ। ਕੋਈ ਆਂਢੀਆਂ ਗੁਆਂਢੀਆਂ ਨਾਲ ਰਹਿ ਕਰ ਲਈ, ਕੋਈ BA ਪਾਸ ਮੁੰਡਾ ਮਿਲ ਗਿਆ ਉਹਦੇ ਨਾਲ ਰਹਿ ਕਰ ਲਈ ਕਿ ਫਿਰ ਤੁਹਾਨੂੰ ਮਤਲਬ ਸਾਇੰਸ ਪੜ੍ਹਨੀ ਚਾਹੀਦੀ ਹੈ। ਫਿਰ ਉਹ ਜ਼ਬਰਦਸਤੀ ਮੇਰੇ ਤੇ ਮੈਡੀਕਲ ਦੀ ਪੜ੍ਹਾਈ ਥੋਪੀ ਗਈ ਵੀ ਫਿਰ ਤੁਸੀਂ ਇੰਟੈਲੀਜੈਂਟ ਹੋ, ਬਾਹਰ ਪੜ੍ਹਨ ਜਾਣਾ ਸੀ, ਇੰਨਾ ਖਰਚਾ ਕਰਨਾ ਤਾਂ ਫਿਰ ਤੁਹਾਨੂੰ ਡਾਕਟਰ ਹੀ ਬਣਨਾ ਚਾਹੀਦਾ। ਤੇ ਮੈਂ 1 ਸਾਲ ਮੈਡੀਕਲ ਪੜ੍ਹੀ ਤੇ ਉਸ ਤੋਂ ਅਸੀਂ ਸਾਰੀਆਂ ਹੀ ਸਹੇਲੀਆਂ ਨੇ, ਅਸੀਂ 2 ਸੀਗੀਆਂ ਜਿਨ੍ਹਾਂ ਦਾ ਲਿਟਰੇਚਰ ਦੇ ਵਿੱਚ ਇੰਟਰਸਟ ਸੀ। ਫਿਰ ਅਸੀਂ ਇੱਕ ਵਾਰ ਜਦੋਂ ਘਰੋਂ ਨਿਕਲੀਆਂ ਤਾਂ ਇਹੋ ਜਿਹੀਆਂ ਘਰਦਿਆਂ ਦੇ ਹੱਥਾਂ 'ਚੋਂ ਨਿਕਲੀਆਂ ਕਿ ਫਿਰ ਆਪਣੇ ਆਪ ਵਿਸ਼ੇ ਵੀ ਬਦਲ ਲਏ, ਘਰਦਿਆਂ ਨੂੰ ਕੁਝ ਨਹੀਂ ਦੱਸਿਆ। ਉਹਨਾਂ ਨੂੰ ਬਹੁਤ ਬਾਅਦ ਜਾ ਕੇ ਪਤਾ ਲੱਗਿਆ ਕਿਉਂਕਿ ਉਹ ਉਸ ਤਰ੍ਹਾਂ ਦੇ ਪੜ੍ਹੇ ਲਿਖੇ ਨਹੀਂ ਸੀ, ਬਹੁਤੀ ਇੰਟਰਫੇਰੈਂਸ ਨਹੀਂ ਸੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਕਦੋਂ ਆਰਟਸ ਤੇ ਆ ਗਈਆਂ ਤੇ ਅਗਲੇ ਸਾਲਾਂ ਦੇ ਵਿੱਚ ਫਿਰ ਆਪਣੀ ਪਸੰਦ ਦੇ ਵਿਸ਼ੇ ਪੜ੍ਹਨੇ ਸ਼ੁਰੂ ਕਰਤੇ। ਇਸੇ ਤਰ੍ਹਾਂ ਫਿਰ ਮੇਰੇ ਮਨ 'ਚ ਕਿਤੇ ਇਹ ਘੁੰਡੀ ਅੜੀ ਰਹੀ ਵੀ ਇਕਨੋਮਿਕਸ ਚੰਗਾ ਸਬਜੈਕਟ ਹੁੰਦਾ। ਮੈਂ ਆਪਣੀ BA ਇਕਨੋਮਿਕਸ ਨਾਲ ਕੀਤੀ ਹੈ ਤੇ ਮੇਰੀ ਦਿਲਚਸਪੀ ਵੀ ਬਹੁਤ ਸੀ। ਮੈਂ ਲੰਬਾ ਸਮਾਂ MA ਇਕਨੋਮਿਕਸ ਕਰਨ ਬਾਰੇ ਹੀ ਸੋਚਦੀ ਰਹੀ। MA ਇਕਨੋਮਿਕਸ ਦੇ ਵਿੱਚ ਦਾਖਲਾ ਵੀ ਲਿਆ, ਪਹਿਲਾਂ ਲਿਆ ਤਾਂ B.Ed ਘਰ ਦੇ ਕਹਿੰਦੇ ਕਰ ਲਓ, B.Ed 'ਚ ਰੈਂਕ ਆ ਗਿਆ। ਫਿਰ MA ਇਕਨੋਮਿਕਸ 'ਚ ਦਾਖਲਾ ਲਿਆ ਤੇ ਮੈਂ ਕਿਵੇਂ ਪੰਜਾਬੀ 'ਚ ਆ ਗਈ। ਮਤਲਬ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਪੰਜਾਬੀ ਦੀ ਲਾਈਨ 'ਚ ਆਉਂਗੀ। ਤਾਂ ਇੱਕ ਦਿਨ ਅਚਾਨਕ ਮੇਰੇ B.Ed ਦੇ ਇੱਕ ਟੀਚਰ ਜਿਨ੍ਹਾਂ ਨੇ ਸਟੇਜਾਂ ਤੇ B.Ed ਟਾਈਮ ਮੇਰੀਆਂ ਕਵਿਤਾਵਾਂ ਸੁਣੀਆਂ ਸੀ, ਤਰਲੋਕ ਬੰਧੂ, ਤੁਸੀਂ ਬਹੁਤੇ ਉਹਨਾਂ ਨੂੰ ਜਾਣਦੇ ਹੋਵੋਗੇ, ਉਹ ਮੈਨੂੰ ਅਚਾਨਕ ਹੀ ਮਿਲ ਗਏ ਕਿਤੇ। ਮੈਂ ਉਦੋਂ MA ਇਕਨੋਮਿਕਸ 'ਚ ਦਾਖਲਾ ਲੈ ਲਿਆ ਸੀ B.Ed ਕਰਨ ਤੋਂ ਬਾਅਦ ਫਿਰ ਦੂਜੀ ਵਾਰ, ਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਪੰਜਾਬੀ ਦੀ MA ਕਰਨੀ ਆ। ਉਹ ਮੈਨੂੰ ਕਹਿੰਦੇ ਵੀ ਤੂੰ ਇਕਨੋਮਿਕਸ, ਕਹਿੰਦੇ ਵੀ ਤੂੰ ਇੰਨੀ ਸੋਹਣੀ ਕਵਿਤਾ ਲਿਖਦੀ ਆ ਤੇ ਇੰਨਾ ਸੋਹਣਾ ਸਟੇਜ ਤੇ ਬੋਲਦੀ ਆ ਜਾਂ ਸਾਰਾ ਕੁਝ, ਤੈਨੂੰ ਇਕਨੋਮਿਕਸ ਦੀ ਲਾਈਨ 'ਚ ਨਹੀਂ ਜਾਣਾ ਚਾਹੀਦਾ, ਤੈਨੂੰ ਪੰਜਾਬੀ ਦੀ ਲਾਈਨ 'ਚ ਜਾਣਾ ਚਾਹੀਦਾ, ਤੇਰੀ ਪੰਜਾਬੀ ਅੱਛੀ ਆ ਇਹ ਉਹ। ਹਾਲਾਂਕਿ ਮੈਨੂੰ ਪਤਾ ਮੈਂ ਕਿੰਨੀ ਕੁ ਚੰਗੀ ਆ। ਤਾਂ ਮੈਂ ਉਸ ਤੋਂ ਬਾਅਦ ਬਹੁਤ ਇਮੀਡੀਏਟਲੀ ਉਹ ਐਡਮਿਸ਼ਨ ਛੱਡ ਕੇ MA ਪੰਜਾਬੀ ਦੇ ਵਿੱਚ ਦਾਖਲਾ ਲੈ ਲਿਆ। ਤੇ ਮੈਂ ਅਕਸਰ ਉਹਨਾਂ ਨੂੰ ਕਹਿਣੀ ਹੁੰਦੀ ਆ ਕਿ ਤੁਸੀਂ ਉਹ ਮੈਨੂੰ ਠੀਕ ਰਾਏ ਦਿੱਤੀ ਸੀ। ਤਾਂ ਇਸ ਤਰ੍ਹਾਂ ਕਈ ਵਾਰ ਬੱਚਿਆਂ ਨੂੰ ਲੰਬਾ ਸਮਾਂ ਕੱਢ ਦਿੰਦੇ ਨੇ ਤੇ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਪੜ੍ਹਨਾ ਕੀ ਆ। ਉਹਨਾਂ ਨੂੰ ਗਾਈਡ ਕਰਨਾ ਚਾਹੀਦਾ। ਫਿਰ ਮੈਨੂੰ ਪਤਾ ਲੱਗਿਆ ਕਿ ਰੀਜਨਲ ਸੈਂਟਰ ਬਠਿੰਡਾ ਦੇ ਵਿਦਿਆਰਥੀ ਨੇ ਯੂਨੀਵਰਸਿਟੀ 'ਚੋਂ ਟੌਪ ਕੀਤਾ। ਮੈਂ ਲੁਧਿਆਣੇ ਪੜ੍ਹ ਕੇ ਆਈ ਸੀ, ਮੇਰੇ ਕੋਲ ਇਹ ਆਪਸ਼ਨ ਸੀ ਕਿ ਮੈਂ ਪਟਿਆਲਾ ਯੂਨੀਵਰਸਿਟੀ ਵੀ ਜਾ ਸਕਦੀ ਸੀ।
ਮੈਨੂੰ ਮਤਲਬ ਕੋਈ ਰੋਕਣ ਵਾਲਾ ਨਹੀਂ ਸੀਗਾ। ਮੈਂ ਘਰਦਿਆਂ ਨੂੰ ਜਿੱਥੇ ਕਹਿਣਾ ਸੀ ਮੈਂ ਉੱਥੇ ਇੰਨੀ ਕੁ ਮਤਲਬ ਆਪਣੇ ਆਪ 'ਚ ਹੋ ਚੁੱਕੀ ਸੀ ਕਿ ਘਰਦਿਆਂ ਨੂੰ ਵਿਸ਼ਵਾਸ ਸੀ ਕਿ ਚੰਗਾ ਪੜ੍ਹ ਲਿਖ ਰਹੀ ਹੈ ਤੇ ਮੈਂ ਜਿੱਥੇ ਵੀ ਕਹਿੰਦੀ ਉਹਨਾਂ ਨੇ ਮੇਰਾ ਦਾਖਲਾ ਕਰਾ ਦੇਣਾ ਸੀ। ਪਰ ਮੇਰੇ ਲਈ ਉਦੋਂ ਟੌਪ ਕਰਨਾ ਬਹੁਤ ਵੱਡੀ ਗੱਲ ਸੀ, ਪੜ੍ਹਨਾ ਘੱਟ ਵੱਡੀ ਗੱਲ ਸੀ ਸ਼ਾਇਦ, ਜਿਵੇਂ ਸਮਝਿਆ ਜਾਂਦਾ ਸਾਡੇ ਆਲੇ ਦੁਆਲੇ। ਮੈਨੂੰ ਪਤਾ ਲੱਗਿਆ ਕਿ ਰੀਜਨਲ ਸੈਂਟਰ ਦੇ ਮੁੰਡੇ ਨੇ ਗੋਲਡ ਮੈਡਲ ਹਾਸਲ ਕੀਤਾ। ਤਾਂ ਮੈਂ ਕੀ ਕੀਤਾ ਕਿ ਜਾ ਕੇ ਰੀਜਨਲ ਸੈਂਟਰ 'ਚ MA ਪੰਜਾਬੀ 'ਚ ਦਾਖਲਾ ਲੈ ਲਿਆ। ਹਾਲਾਂਕਿ ਮੈਂ ਉੱਥੋਂ ਵੀ ਖਾਸਾ ਕੁਝ ਸਿੱਖਿਆ, ਪਰ ਮੇਰੇ ਮਨ 'ਚ ਕਸਕ ਹੈ ਕਿ ਮੈਨੂੰ ਕਿਸੇ ਨੇ ਕਿਉਂ ਨਹੀਂ ਦੱਸਿਆ ਕਿ ਕੁੜੀਏ ਤੂੰ ਪੰਜਾਬੀ ਯੂਨੀਵਰਸਿਟੀ ਚਲੀ ਜਾ। ਮੇਰੇ ਕਿਸੇ ਟੀਚਰ ਨੇ ਕਿਉਂ ਨਹੀਂ ਮੈਨੂੰ ਟੋਕਿਆ ਕਿ ਤੂੰ ਯੂਨੀਵਰਸਿਟੀ ਜਾ ਕੇ ਪੜ੍ਹ। ਤਾਂ ਇਹ ਜਿਹੜਾ ਹਾਲਾਂਕਿ ਮੈਂ ਫਿਰ ਲੱਕੀ ਸੀ ਕਿ ਮੈਨੂੰ ਫਿਰ PhD ਦੇ ਗਾਈਡ ਯੂਨੀਵਰਸਿਟੀ ਤੋਂ ਮਿਲ ਗਏ, ਕਿਉਂਕਿ ਜਦੋਂ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ, ਆਪਣੀ ਤਰ੍ਹਾਂ ਨਾਲ ਚੀਜ਼ਾਂ ਕਰਦੇ ਰਹਿੰਦੇ ਹੋ, ਤਾਂ ਫਿਰ ਤੁਸੀਂ ਆਪਣੀ ਇੱਕ ਥਾਂ ਬਣਾ ਲੈਂਦੇ ਹੋ। ਤਾਂ ਮੈਨੂੰ ਐਂ ਲੱਗਦਾ ਕਿ ਇਹ ਜ਼ਰੂਰ ਵਿਦਿਆਰਥੀਆਂ ਨੂੰ ਇਸ ਗੱਲ ਦੀ ਕਮੀ ਮਹਿਸੂਸ ਹੁੰਦੀ ਹੈ ਕਿ ਉਹ ਵੱਡੀਆਂ ਗਲਤੀਆਂ ਕਰ ਲੈਂਦੇ ਨੇ, ਆਪਣੇ ਫਿਊਚਰ ਬਰਬਾਦ ਕਰ ਲੈਂਦੇ ਨੇ, ਉਹਨਾਂ ਨੂੰ ਸਹੀ ਰਾਏ ਨਹੀਂ ਦਿੱਤੀ ਜਾਂਦੀ। ਸਿਲੇਬਸ ਕੰਪਲੀਟ ਕਰਾਉਣ ਨਾਲੋਂ ਵੀ ਜ਼ਿਆਦਾ ਅਧਿਆਪਕਾਂ ਨੂੰ, ਵਿਦਿਆਰਥੀਆਂ ਨੂੰ ਉਹਨਾਂ ਨੇ ਕਿੱਥੇ ਦਾਖਲਾ ਲੈਣਾ, ਕਿਹੜੇ ਵਿਸ਼ੇ ਪੜ੍ਹਨੇ ਆ, ਜੇ ਇਹ ਗੱਲਾਂ ਤੇ ਵੱਧ ਫੋਕਸ ਕਰ ਲੈਣ, ਇਹਨਾਂ ਗੱਲਾਂ ਨੂੰ ਵੀ ਧਿਆਨ 'ਚ ਰੱਖ ਲੈਣ, ਸਿਲੇਬਸ ਦਾ ਇੱਕ ਅੱਧਾ ਚੈਪਟਰ ਭਲਾਂ ਦੀ ਉਹ ਛੱਡ ਦਿਆ ਕਰਨ, ਮੈਨੂੰ ਲੱਗਦਾ ਕਿ ਇਹਦੀ ਜ਼ਿਆਦਾ ਅਹਿਮੀਅਤ ਹੈ, ਤਾਂ ਕਿ ਜਿਹੜੀਆਂ ਗਲਤੀਆਂ ਮੇਰੀ ਸਟੂਡੈਂਟ ਲਾਈਫ 'ਚ ਮੇਰੇ ਤੋਂ ਹੋਈਆਂ ਉਹ ਅਗਲੇ ਵਿਦਿਆਰਥੀ ਨਾ ਕਰਨ। ਇੱਕ ਮੈਂ ਆਪਣੇ B.Ed ਦਾ ਕਿੱਸਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਆਪਾਂ ਬਸ 5-7 ਮਿੰਟ, ਕਿਉਂਕਿ 6:15 ਵਜੇ ਸ਼ੁਰੂ ਕੀਤਾ ਸੀ, 7:15 ਵਜੇ ਆਪਾਂ ਖਤਮ ਕਰ ਸਕਦੇ ਹੋਵਾਂਗੇ। ਤਾਂ ਇੱਕ ਜਿਹੜੀ ਮੇਰੇ ਮਨ 'ਚ ਗੱਲ ਆ ਰਹੀ ਸੀ ਕਿ ਮੇਰੇ ਨਾ B.Ed ਮੈਂ ਕੀਤੀ ਆ ਮਾਲਵਾ ਸੈਂਟਰਲ ਕਾਲਜ ਲੁਧਿਆਣਾ, ਤੇ ਉਹ ਇੱਕ ਮਤਲਬ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆਉਣ ਵਾਲਾ ਕਾਲਜ ਜਾਂ ਇਸ ਤਰ੍ਹਾਂ ਦੇ ਉੱਥੇ ਸੀਗੇ ਚੀਜ਼ਾਂ ਚੱਲਦੀਆਂ ਕਿ ਜਿਹੜੇ ਅਸੀਂ ਹੋਸਟਲ 'ਚ B.Ed 'ਚ ਬੱਚੇ ਰਹਿੰਦੇ ਸੀ, ਤਾਂ ਉਹਨਾਂ ਨੂੰ ਸਾਰਿਆਂ ਨੂੰ ਵੁੱਡ ਬੀ ਟੀਚਰਸ, ਬੱਚੇ ਕਹਿਣਾ ਸ਼ਾਇਦ ਠੀਕ ਨਹੀਂ ਹੈ, ਤਾਂ ਉਹਨਾਂ ਨੂੰ ਇਹ ਕਿਹਾ, ਉਹਨਾਂ ਲਈ ਇਹ ਕੰਪਲਸਰੀ ਸੀ ਕਿ ਅਸੀਂ ਸ਼ਾਮ ਨੂੰ ਗੁਰਦੁਆਰੇ ਪਾਠ ਕਰਨ ਜਾਣਾ ਹੁੰਦਾ ਸੀ। ਤਾਂ ਸਾਰੇ ਉਹ ਕਈ ਸਾਲਾਂ ਦੀ ਉਸ ਕਾਲਜ ਦੀ ਟ੍ਰੈਡੀਸ਼ਨ ਸੀ ਕਿ ਸ਼ਾਮ ਨੂੰ 6 ਵਜੇ ਜਾਂ 6:15 ਵਜੇ ਸਾਰਾ ਹੋਸਟਲ ਖਾਲੀ ਹੁੰਦਾ, ਸਾਰੀਆਂ ਕੁੜੀਆਂ ਨਿਕਲਦੀਆਂ ਤੇ ਗੁਰਦੁਆਰੇ ਪਾਠ ਕਰਨ ਜਾਂਦੀਆਂ। ਮੈਂ ਥੋੜੀ ਜੀ, ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ 'ਚ ਇਹ ਕਾਮਰੇਡੀ ਕਿੱਥੋਂ ਆ ਗਈ ਸੀ ਉਦੋਂ ਤੱਕ। ਹਲੇ ਮੈਂ MA 'ਚ ਤਾਂ ਖਾਸਾ ਕੁਝ ਪੜ੍ਹਿਆ, ਜਾਂ ਮੇਰੇ 'ਚ ਇਸ ਤਰ੍ਹਾਂ ਦਾ ਥੋੜਾ ਜਿਹਾ ਹਲਕਾ ਜਿਹਾ ਨਾਸਤਿਕਪੁਣਾ ਜਾਂ ਰੈਸ਼ਨੈਲਿਟੀ ਕਹਿ ਲਓ, ਕਿਵੇਂ ਆਈ ਇਹ ਕਿ ਮੈਂ ਉੱਥੇ ਇਸ ਗੱਲ ਦੇ ਸਵਾਲ ਉਠਾਉਣਾ ਸ਼ੁਰੂ ਕੀਤਾ। ਮੈਂ ਕਿਹਾ ਕਿ ਮੈਂ ਨਹੀਂ ਜਾਊਂਗੀ, ਮੇਰਾ ਕੰਮ ਪਿਆ, ਮੈਂ ਅਸਾਈਨਮੈਂਟਾਂ ਤਿਆਰ ਕਰਨੀ ਹੈ, ਮੈਂ ਉਹਦੇ ਵਿੱਚੋਂ ਘੰਟਾ ਆਪਣੀ ਮਤਲਬ ਜੇ ਮੇਰੀ ਕੋਈ ਦਿਲਚਸਪੀ ਨਹੀਂ ਹੈ ਗੁਰਦੁਆਰੇ ਜਾਣ 'ਚ, ਹਾਲਾਂਕਿ ਮੈਨੂੰ ਗੁਰਬਾਣੀ ਨਾਲ ਕੋਈ ਸਮੱਸਿਆ ਨਹੀਂ ਹੈ, ਮੇਰਾ ਬਹੁਤ ਫੇਵਰੇਟ ਵਿਸ਼ਾ, ਮੈਂ ਬਹੁਤ ਧਿਆਨ ਨਾਲ ਪੜ੍ਹਦੀ ਹਾਂ, ਮੈਨੂੰ ਉਹਦੀ ਅੰਡਰਸਟੈਂਡਿੰਗ ਦਾ ਵੀ ਸ਼ੌਂਕ ਹੈ, ਪਰ ਮੈਨੂੰ ਲੱਗਦਾ ਸੀਗਾ ਕਿ ਇਹ ਤਾਂ ਧੱਕਾ ਹੈ ਡੈਮੋਕ੍ਰੇਸੀ ਦੇ ਵਿੱਚ। ਮੈਨੂੰ ਕਦੋਂ ਉਦੋਂ B.Ed 'ਚ ਇਹ ਗੱਲਾਂ ਕਿਵੇਂ ਲੱਗਣੀਆਂ ਸ਼ੁਰੂ ਹੋ ਗਈਆਂ ਮੈਨੂੰ ਸੱਚੀ ਮੁੱਚੀ ਨਹੀਂ ਪਤਾ ਇਹ ਕਿਵੇਂ ਕਿੱਥੋਂ ਆਏ ਮੇਰੇ ਮਨ 'ਚ ਵਿਚਾਰ ਕਿ ਮੈਂ ਕਿਹਾ ਕਿ ਮੈਂ ਤਾਂ ਨਹੀਂ ਜਾਣਾ ਗੁਰਦੁਆਰੇ। ਉੱਥੇ ਤਾਂ ਜੀ ਇਹਦਾ ਇਸ਼ੂ ਬਣ ਗਿਆ, ਕਿਉਂਕਿ ਪ੍ਰੋਫੈਸ਼ਨਲ ਕਾਲਜਸ ਦੇ ਵਿੱਚ ਤੁਸੀਂ ਕਿਸੇ ਗੱਲ ਤੇ ਸਵਾਲ ਕਰਦੇ ਹੋ ਤਾਂ ਤੁਹਾਡੀ ਅਸੈਸਮੈਂਟ ਤੇ ਸਾਰਾ ਕੁਝ ਪਤਾ ਨਹੀਂ ਕੀ ਕੁਝ ਹੋਣਾ ਹੁੰਦਾ। ਤੇ ਮੇਰਾ ਰੋਲ ਨੰਬਰ ਮੈਨੂੰ ਹਲੇ ਵੀ ਯਾਦ ਹੈ ਕਿ B.Ed 'ਚ ਮੇਰਾ ਰੋਲ ਨੰਬਰ, ਮੈਂ 2000 ਦੇ ਵਿੱਚ 20 ਸਾਲ ਪਹਿਲਾਂ ਆਪਣੀ B.Ed ਕੀਤੀ ਆ, ਤੇ ਮੈਨੂੰ ਹਲੇ ਵੀ ਯਾਦ ਹੈ ਕਿ ਮੇਰਾ ਰੋਲ ਨੰਬਰ 55 ਹੁੰਦਾ ਸੀ। ਤੇ ਜਦੋਂ ਮੈਂ ਕਾਲਜ ਜਾਇਆ ਕਰਾਂ ਸਾਰੇ ਪੁੱਛਿਆ ਕਰਨ, ਸਾਰੇ ਟੀਚਰ, ਵੇਅਰ ਇਜ਼ ਰੋਲ ਨੰਬਰ 55, ਹੂ ਇਜ਼ ਰੋਲ ਨੰਬਰ 55, ਤੇ ਮੈਂ ਤਾਂ ਬੜੀ ਪਰੇਸ਼ਾਨ। ਫਿਰ ਮੈਨੂੰ ਕਦੇ ਕੋਈ ਬੁਲਾ ਲਿਆ ਕਰੇ, ਅੱਛਾ ਤੁਸੀਂ ਹੋ, ਤੁਸੀਂ ਰੱਬ ਨੂੰ ਮੰਨਦੇ ਨਹੀਂ। ਇੱਕ ਮੈਡਮ ਨੇ ਮੈਨੂੰ, ਤੁਸੀਂ ਰੱਬ ਨੂੰ ਮੰਨਦੇ ਨਹੀਂ। ਮੈਂ ਕਿਹਾ ਮੈਡਮ ਇਹੋ ਜਿਹਾ ਕੀ ਹੋ ਗਿਆ? ਨਹੀਂ ਮੈਨੂੰ ਪਤਾ ਲੱਗਿਆ ਸੀ ਵੀ ਤੁਸੀਂ ਕਿਹਾ ਵੀ ਮੈਂ ਨਹੀਂ ਗੁਰਦੁਆਰੇ ਜਾਣਾ। ਮੈਂ ਕਿਹਾ ਵੀ ਮੈਂ ਇਸ ਗੱਲ ਤੇ ਮੇਰੀ ਲੜਾਈ ਆ ਕਿ ਜਿਹੜਾ ਜਾਣਾ ਚਾਹੁੰਦਾ ਉਹ ਜਾਵੇ, ਜਿਹੜਾ ਨਹੀਂ ਜਾਣਾ ਚਾਹੁੰਦਾ ਨਾ ਜਾਵੇ, ਇਹਦੀ ਕੰਪਲਸ਼ਨ ਨਹੀਂ ਹੋਣੀ ਚਾਹੀਦੀ। ਇਹ ਸਾਡੇ ਡੈਮੋਕ੍ਰੈਟਿਕ ਰਾਈਟਸ ਤੇ ਹਮਲਾ ਹੈ। ਤੇ ਉੱਥੇ ਖਾਸੀ ਲੜਾਈ ਚੱਲੀ ਤੇ ਉਸ ਕਾਲਜ ਦੀ 25-26 ਸਾਲ ਦੀ ਜਿਹੜੀ ਟ੍ਰੈਡੀਸ਼ਨ ਚੱਲ ਰਹੀ ਸੀ ਉਹਨੂੰ ਅਸੀਂ ਤੋੜਿਆ ਤੇ ਹਾਰ ਕੇ ਸਾਡੇ ਪ੍ਰਿੰਸੀਪਲ ਨੂੰ ਤੇ ਵਾਰਡਨ ਨੂੰ ਇਹ ਗੱਲ ਮੰਨਣੀ ਪਈ ਕਿ ਅੱਜ ਤੋਂ ਜਿਹੜਾ ਚਾਹੂਗਾ ਉਹ ਜਾ ਸਕੂਗਾ, ਜਿਹਨੇ ਨਹੀਂ ਜਾਣਾ ਉਹ ਨਾ ਜਾਓ।
ਸੋਚਦੀਆਂ ਬਹੁਤ ਕੁੜੀਆਂ ਸੀ, ਪਰ ਉਹਨਾਂ 'ਚ ਇਹ ਗੱਲ ਕਰਨ ਦੀ, ਇਹ ਗੱਲ ਅੱਗੇ ਪਹੁੰਚਾਉਣ ਦੀ ਹਿੰਮਤ ਨਹੀਂ ਸੀ ਹੁੰਦੀ। ਤੇ ਮੈਂ ਥੋੜੀ ਜੀ, ਜਿਵੇਂ ਕਹਿੰਦੇ ਹੁੰਦੇ ਵੀ ਕੁਝ ਲੋਕ ਨਾ ਸਿੱਟਿਆਂ ਦੀ ਪਰਵਾਹ ਨਹੀਂ ਕਰਦੇ, ਉਹ ਵੈਸੇ ਤਾਂ ਬੇਵਕੂਫ ਲੋਕ ਹੁੰਦੇ ਨੇ, ਉਹਨਾਂ ਨੂੰ ਆਮ ਵੋਕੈਬਲਰੀ 'ਚ ਮੂਰਖ ਲੋਕ ਸਮਝਿਆ ਜਾਂਦਾ, ਵੀ ਪੰਗਾ ਲੈ ਲੈਣਾ ਬਸ, ਜੇ ਲੈਣਾ ਤਾਂ ਵੀ ਉਹਦੇ 'ਚੋਂ ਨਿਕਲੂਗਾ ਕੀ, ਤੁਸੀਂ ਬਾਹਲਾ ਨਹੀਂ ਸੋਚਦੇ। ਇੱਕ ਸਵਾਲ ਹੈ ਕਿ ਆਨਲਾਈਨ ਪੜ੍ਹਾਈ ਦੀ ਆੜ 'ਚ ਨਾਬਾਲਗਾਂ ਦੀ ਆਸਾਨੀ ਨਾਲ ਪੋਰਨ ਵੀਡੀਓ ਤੱਕ ਪਹੁੰਚ ਹੋ ਜਾਂਦੀ ਹੈ, ਉਹਨਾਂ ਦੀ ਮਾਨਸਿਕਤਾ ਤੇ ਕੀ ਪ੍ਰਭਾਵ ਪੈਂਦਾ, ਇਸ ਬਾਰੇ ਜ਼ਰੂਰ ਵਿਚਾਰ ਜਾਂ ਸੁਨੇਹਾ ਦਿਓ। ਹਾਂ, ਇਹ ਬਹੁਤ ਇਸ ਸਾਰੇ 'ਚ ਹੀ ਮਤਲਬ ਆਨਲਾਈਨ ਪੜ੍ਹਾਈ ਤੋਂ ਪਹਿਲਾਂ ਵੀ ਜਿਹੜੇ ਅਸੀਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਫੜਾਏ ਹੋਏ ਨੇ, ਇਹ ਸਾਰੇ ਕਾਸੇ 'ਚੋਂ ਹੀ ਖਾਸਾ ਕੁਛ ਸਮੱਸਿਆਵਾਂ ਨੇ ਜਿਹੜੀਆਂ ਉਹ ਕ੍ਰੀਏਟ ਹੋ ਰਹੀਆਂ ਨੇ। ਪਰ ਇਹ ਮੈਨੂੰ ਐਂ ਲੱਗਦਾ ਹੁੰਦਾ ਕਿ ਇਹਦਾ ਕੋਈ ਹੱਲ, ਸਾਨੂੰ ਇਹਦੇ ਵਿੱਚ ਕੋਈ ਬੈਲੈਂਸਡ ਰਸਤਾ, ਮਤਲਬ ਅਸੀਂ ਟੈਕਨੀਕ ਤੋਂ ਬਿਨਾਂ ਤਾਂ ਸਾਰ ਨਹੀਂ ਸਕਦੇ ਹੈਗੇ, ਇਹਨੇ ਤਾਂ ਸਾਡੇ ਨਾਲ ਚੱਲਣਾ ਹੀ ਚੱਲਣਾ ਹੈ ਨਾ। ਪਰ ਅਸੀਂ ਕਿਵੇਂ ਇਹਨੂੰ ਕੋਈ ਇਹਦੇ 'ਚ ਹੱਲ ਲੱਭ ਸਕਦੇ ਹਾਂ, ਕਿਵੇਂ ਇਹਦਾ ਬੈਲੈਂਸਡ ਇਸਤੇਮਾਲ ਕਰ ਸਕਦੇ ਹਾਂ, ਰੈਸ਼ਨਲ ਇਸਤੇਮਾਲ ਕਰ ਸਕਦੇ ਹਾਂ, ਤੇ ਆਪਣੇ ਬੱਚਿਆਂ ਲਈ ਵੀ ਇਹਨੂੰ ਇੱਕ ਠੀਕ ਰਸਤਾ ਬਣਾ ਸਕਦੇ ਹਾਂ, ਇਹ ਸਾਡੇ ਸਾਰਿਆਂ ਸਾਹਮਣੇ ਮੈਨੂੰ ਸਵਾਲ ਲੱਗਦਾ ਹੈ। ਇੱਕ ਜਿਹੜੀ ਮੈਂ ਗੱਲ ਹੋਰ ਕਰਨੀ ਚਾਹੁੰਦੀ ਸੀ ਕਿ ਜਿਹੜੇ ਵਿਦਿਆਰਥੀ ਹੁੰਦੇ ਨੇ ਉਹ ਇਕੱਲੇ ਟੀਚਰਸ ਤੋਂ ਨਹੀਂ ਸਿੱਖਦੇ। ਵਿਦਿਆਰਥੀਆਂ ਦਾ ਜਿਹੜਾ ਇੱਕ ਸਰਕਲ ਹੁੰਦਾ ਹਰ ਵਿਦਿਆਰਥੀ ਦੀ ਜ਼ਿੰਦਗੀ 'ਚ, ਕਿ ਉਹ ਵਿਦਿਆਰਥੀ ਦੀ ਦੋਸਤੀ ਕਿਹੋ ਜਿਹੇ ਵਿਦਿਆਰਥੀਆਂ ਨਾਲ ਹੈ, ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਮੇਰੀ ਲਾਈਫ 'ਚ ਵੀ ਉਹ ਜਿਹੜੀਆਂ ਮੇਰੀਆਂ ਦੋਸਤੀਆਂ ਸੀ, ਸਾਡਾ ਕੁਝ ਵਿਦਿਆਰਥੀਆਂ ਦਾ ਜਿਹੜਾ ਸਰਕਲ ਸੀ, ਉਹ ਵੀ ਉਨੀ ਹੀ ਭੂਮਿਕਾ ਨਿਭਾਉਂਦਾ ਹੁੰਦਾ ਜਿੰਨੀ ਕਿ ਅਧਿਆਪਕ ਨਿਭਾਉਂਦੇ ਹੁੰਦੇ ਨੇ। ਖਾਸ ਤੌਰ ਤੇ ਜੇ ਮੈਂ ਆਪਣੀ MA ਦੀ ਗੱਲ ਕਰਾਂ ਤਾਂ MA ਦੇ ਵਿੱਚ ਮੇਰਾ ਜੂਨੀਅਰ ਸੀ ਰਾਜਵਿੰਦਰ ਮੀਰ, ਅਵਤਾਰ ਹਰੇ ਤੇ ਹੋਰ ਕਈ ਜਾਣੇ। ਮੀਰ ਨੇ ਰੋਜ਼ ਹੀ ਕੋਈ ਸ਼ਾਹਕਾਰ ਲਿਖਿਆ ਹੁੰਦਾ ਸੀ, ਮਤਲਬ ਸਾਡੇ ਇਹ ਕਲੀਸ਼ੇ ਮਤਲਬ ਇਸ ਤਰ੍ਹਾਂ ਚੱਲਦਾ ਸੀ ਵੀ ਮੀਰ ਨੇ ਰੋਜ਼ ਸਵੇਰੇ ਆਉਣਾ, ਤੁਹਾਡੇ ਚੋਂ ਬਹੁਤ ਸਾਰੇ ਰਾਜਵਿੰਦਰ ਮੀਰ ਨੂੰ ਜਾਣਦੇ ਆ, ਤੇ ਉਹਨੇ ਕਹਿਣਾ ਵੀ ਮੈਂ ਤਾਂ ਮਤਲਬ ਅੱਜ ਸ਼ਾਹਕਾਰ ਲਿਖ ਕੇ ਲੈ ਕੇ ਆਇਆ। ਤੇ ਅਸੀਂ ਸਵੇਰੇ ਮਤਲਬ ਪਹਿਲੇ ਪੀਰੀਅਡ 'ਚ ਕੈਂਟੀਨ 'ਚ ਇਕੱਠੇ ਹੋ ਜਾਂਦੇ, ਖਾਸ ਤੌਰ ਤੇ ਮੈਂ ਉਹਦੇ ਪਹਿਲੇ ਪਾਠਕਾਂ 'ਚ ਉਹਨਾਂ ਦਿਨਾਂ 'ਚ ਹੁੰਦੀ ਸੀ। ਤੇ ਫਿਰ ਸਾਡਾ ਕਈ ਵਾਰ ਪਹਿਲਾ ਪੀਰੀਅਡ ਛੁੱਟਦਾ, ਸਾਨੂੰ ਮਤਲਬ ਗਾਲਾਂ ਵੀ ਪੈਂਦੀਆਂ, ਸਜ਼ਾ ਵੀ ਕਈ ਵਾਰ ਹੋਈ। ਤਾਂ ਇਸ ਕਰਕੇ ਅਸੀਂ ਉੱਥੇ ਇੱਕ ਵਾਲਪੇਪਰ ਸ਼ੁਰੂ ਕੀਤਾ ਕੁਝ ਦੋਸਤਾਂ ਨੇ, ਮਤਲਬ ਅਸੀਂ ਉਹਦੇ ਤੇ ਇੰਨੀ ਕ੍ਰੀਏਟਿਵ ਬਹਿਸਬਾਜ਼ੀ ਹੁੰਦੀ ਸੀ। ਮਸਲਨ ਇੱਕ ਵਾਰ ਇੱਕ ਮੁੰਡਾ ਫਿਲਮ ਦੇਖਣ ਗਿਆ ਆਪਣੇ ਦੋਸਤਾਂ ਨਾਲ, ਤੇ ਉਹ ਉੱਥੇ ਕਿਤੇ ਘੜੀ ਦੇਖੀ ਗਿਆ, ਮਤਲਬ ਟਾਈਮ ਦੇਖੀ ਗਿਆ ਵਾਰ-ਵਾਰ। ਅਗਲੇ ਦਿਨ ਉਹਦੇ ਦੋਸਤਾਂ ਨੇ ਵਾਲਪੇਪਰ ਤੇ ਲਿਖ ਕੇ ਲਾਤਾ, ਉੱਪਰ ਉਹਦਾ ਟਾਈਟਲ ਸੀ ਕਿ ਮਿੱਤਰਾਂ ਦੀ ਨੂਨ ਦੀ ਡਲੀ ਨੀ ਤੂੰ ਮਿਸ਼ਰੀ ਬਰਾਬਰ ਜਾਣੀ। ਮਤਲਬ ਇਸ ਤਰ੍ਹਾਂ ਦਾ ਕ੍ਰੀਏਟਿਵ ਇੱਕ ਦੂਜੇ ਦਾ ਕ੍ਰਿਟਿਸਿਜ਼ਮ, ਉਹ ਜਿਹੜਾ ਸਾਡਾ MA ਦਾ ਮਾਹੌਲ ਸੀ ਉਹ ਬਹੁਤ ਖੂਬਸੂਰਤ ਸੀ। ਤੇ ਉਹਦੇ 'ਚ ਮੈਂ ਖਾਸਾ ਕੁਝ ਸਿੱਖਿਆ, ਖਾਸਾ ਕੁਝ ਪੜ੍ਹਿਆ। ਰਜਿੰਦਰ ਸਿੰਘ ਸੇਖੋਂ ਹੁੰਦਾ ਸੀ ਮੇਰਾ ਸੀਨੀਅਰ, ਜਿਹਦੇ ਮਤਲਬ MA 1 'ਚੋਂ ਟੌਪ ਕਰਨ ਦੀ ਖਬਰ ਸੁਣ ਕੇ ਮੈਨੂੰ ਬਹੁਤ ਸਿਖਾਇਆ। ਮੈਂ ਆਪਣੇ ਉਹਨਾਂ ਦੋਸਤਾਂ ਦੀ ਹਮੇਸ਼ਾ ਰਿਣੀ ਰਹੂੰਗੀ ਜਿਨ੍ਹਾਂ ਦੇ ਸਾਥ ਨੇ ਮੈਨੂੰ ਇੱਕ ਬਹੁਤ ਆਮ ਜੇ ਸੋਚਣ ਦੇ ਢੰਗ 'ਚੋਂ ਕੱਢ ਕੇ ਉੱਥੇ ਲਿਆਂਦਾ ਕਿ ਮੈਂ ਉਹਨਾਂ ਦੇ ਨਾਲ ਡਾਇਲੌਗ ਕਰਨ ਜੋਗੀ ਹੋ ਗਈ। ਤਾਂ ਇੱਕ ਮੈਨੂੰ ਨਕਲ ਬਾਰੇ ਖਾਸ ਤੌਰ ਤੇ ਕਿਹਾ ਗਿਆ ਸੀ ਕਿ ਤੁਸੀਂ ਨਾ ਨਕਲ ਬਾਰੇ ਜ਼ਰੂਰ ਗੱਲ ਕਰਿਓ। ਨਕਲ ਬਾਰੇ ਜਿਹੜੀ ਗੱਲ ਹੈ ਉਹ ਇਹ ਹੈ ਕਿ ਇੱਕ ਵਾਰ ਅਸੀਂ 7ਵੀਂ 8ਵੀਂ 'ਚ ਪੜ੍ਹਦੇ ਸੀ ਤੇ ਇਹ ਦੇਖਿਆ ਵੀ ਆਸੇ-ਪਾਸੇ ਦੇ ਬੱਚੇ, ਕੁਝ ਬੱਚੇ ਪਰਚੀਆਂ ਬਣਾ ਕੇ ਆਉਂਦੇ ਆ ਵੀ ਯਾਰ ਇਹ ਪਰਚੀਆਂ ਕੀ ਹੁੰਦੀਆਂ ਨੇ। ਤਾਂ ਮੈਂ ਵੀ ਪਰਚੀ ਬਣਾਈ ਵੀ ਆਪਾਂ ਵੀ ਅੱਜ ਇਹ ਐਕਸਪੈਰੀਮੈਂਟ ਕਰਨਾ ਹੈ ਵੀ ਪਰਚੀ ਬਣਾ ਕੇ ਲੈ ਕੇ ਜਾਣੀ ਆ। ਤੇ ਮੈਂ ਉਹ ਪਰਚੀ ਕਿਵੇਂ ਬਣਾਈ ਤੁਹਾਨੂੰ ਦੱਸਦੀ ਆ ਵੀ ਪਹਿਲਾਂ ਤਾਂ ਉਹ ਸਵਾਲ ਯਾਦ ਕੀਤਾ, ਫਿਰ ਉਸੇ ਯਾਦ ਕੀਤੇ ਹੋਏ ਸਵਾਲ ਦੀ ਪਰਚੀ ਬਣਾਈ, ਸਿਰਫ ਇਹ ਦੇਖਣ ਲਈ, ਸਿਰਫ ਇਹ ਚੈਲੰਜ ਸਵੀਕਾਰ ਕਰਨ ਲਈ ਵੀ ਮੈਂ ਪਰਚੀ ਪੇਪਰ 'ਚ ਲੈ ਕੇ ਜਾ ਸਕਦੀ ਹਾਂ ਕਿ ਨਹੀਂ। ਤਾਂ ਹੁਣ ਇਹ ਹਾਸਾ ਆਉਂਦਾ ਵੀ ਜੇ ਉਹ ਫੜੀ ਜਾਂਦੀ, ਮੈਨੂੰ ਉਹ ਸਵਾਲ ਵੀ ਆਉਂਦਾ ਸੀ, ਮੈਂ ਸਵਾਲ ਯਾਦ ਕੀਤਾ ਹੋਇਆ ਸੀ ਜਿਹੜੇ ਸਵਾਲ ਦੀ ਪਰਚੀ ਬਣਾਈ, ਮਤਲਬ ਸਿਰਫ ਇਹ ਚੈਲੰਜ ਸਵੀਕਾਰ ਕਰਨ ਲਈ ਵੀ ਮੈਂ ਪੇਪਰ 'ਚ ਪਰਚੀ ਲੈ ਕੇ ਜਾ ਸਕਦੀ ਹਾਂ। ਫਿਰ ਉਸ ਤੋਂ ਬਾਅਦ ਦੱਸਦੀ ਹਾਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਐਕਸਪੀਰੀਅੰਸ ਕਿ ਜਦੋਂ ਮੈਂ BA ਕਰ ਰਹੀ ਸੀ ਤੇ ਇਕਨੋਮਿਕਸ ਦਾ ਪੇਪਰ ਚੱਲ ਰਿਹਾ ਸੀ, BA ਫਾਈਨਲ ਦਾ। ਮੈਨੂੰ ਇਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਤੇ ਮੈਨੂੰ ਇੱਕ ਸਵਾਲ ਨਹੀਂ ਆਉਂਦਾ ਸੀ, ਕਿਤੇ ਉਹਦੇ 'ਚ ਮੈਨੂੰ ਪ੍ਰੋਬਲਮ ਹੋ ਰਹੀ ਸੀ। ਮੈਂ ਇਕਨੋਮਿਕਸ ਦੀ ਬੜੀ ਅੱਛੀ ਵਿਦਿਆਰਥਣ ਸੀ, ਮੈਂ ਆਪਣੀਆਂ ਸਹੇਲੀਆਂ ਨੂੰ ਵੀ ਇਕਨੋਮਿਕਸ ਆਪ ਪੜ੍ਹਾਉਂਦੀ ਰਹੀ ਹਾਂ ਸਟੂਡੈਂਟ ਟਾਈਮ ਵੀ। ਹੁਣ ਵੀ ਇਕਨੋਮਿਕਸ ਮੇਰਾ ਮਤਲਬ ਸਮਝ ਲਓ ਕਿ ਜੇ ਪੰਜਾਬੀ ਨਾਲ ਮੇਰਾ ਵਿਆਹ ਵਾਲਾ ਰਿਸ਼ਤਾ ਹੈ ਤਾਂ ਇਕਨੋਮਿਕਸ ਨਾਲ ਮੇਰਾ ਮੁਹੱਬਤ ਵਾਲਾ ਰਿਸ਼ਤਾ ਵੀ ਹੈ, ਨਾਲ ਨਾਲ ਤੁਰਿਆ ਆਉਂਦਾ ਉਹ ਵੀ।
ਤਾਂ ਮੈਂ ਉਦੋਂ ਮੈਨੂੰ ਇੱਕ ਸਵਾਲ ਨਹੀਂ ਆਉਂਦਾ ਸੀ ਤੇ ਮੇਰੇ ਕੋਲ ਇੰਨੀ ਚੋਇਸ ਸੀਗੀ ਕਿ ਮੈਂ ਅੱਗੇ ਵਾਲੀ ਕੁੜੀ ਤੋਂ, ਉਹ ਵੀ ਮੇਰੀ ਅੱਛੀ ਫਰੈਂਡ ਤੇ ਅੱਛੀ ਸੀ ਇਕਨੋਮਿਕਸ ਚੋਂ, ਮੈਂ ਪੁੱਛ ਸਕਦੀ ਸੀ ਜਾਂ ਨਕਲ ਮਾਰ ਸਕਦੀ ਸੀ। ਤੇ ਮੇਰੇ ਅੰਦਰ ਜਿਹੜੀ ਕਸ਼ਮਕਸ਼ ਚੱਲੀ ਉਸ ਪੇਪਰ ਦੌਰਾਨ, ਉਹ ਮੈਨੂੰ ਕਦੇ ਨਹੀਂ ਭੁੱਲਦੀ। ਮੈਂ ਉਹਨੂੰ ਬਸ ਪੁੱਛਣ ਹੀ ਲੱਗੀ ਸੀ ਕਿ ਮੇਰੇ ਅੰਦਰ, ਮੈਂ ਕਿਤੇ ਗਾਂਧੀ ਦੀ ਐਕਸਪੈਰੀਮੈਂਟਸ ਵਿਦ ਟਰੁੱਥ ਬਾਰੇ ਸੁਣਿਆ ਸੀ ਕਿ ਉਹਨੇ ਕਿਵੇਂ, ਉਹਦੇ 'ਚ ਕੋਈ ਐਵੇਂ ਦੀ ਗੱਲ ਸੀ। ਤੇ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਇਹ ਤੇਰਾ ਇਮਤਿਹਾਨ ਹੈ, ਤੂੰ ਅੱਜ ਨਕਲ ਮਾਰਨੀ ਹੈ ਕਿ ਨਹੀਂ ਮਾਰਨੀ, ਪਾਸ ਹੋਣਾ ਹੈ ਕਿ ਨਹੀਂ ਹੋਣਾ। ਤੇ ਮੈਂ ਉਹਦੇ 'ਚੋਂ ਪਾਸ ਹੋਈ ਕਿ ਮੈਂ ਨਕਲ ਨਹੀਂ ਮਾਰੀ। ਮੇਰਾ ਪੜ੍ਹਾਈ ਨਾਲ ਇਸ ਤਰ੍ਹਾਂ ਦਾ ਬਤੌਰ ਸਟੂਡੈਂਟ ਰਿਸ਼ਤਾ ਰਿਹਾ। ਮੇਰਾ ਜੋ ਪੜ੍ਹਾਈ ਨਾਲ ਜਿਹੜਾ ਰਿਸ਼ਤਾ ਹੈ ਉਹ ਇਸ ਤਰ੍ਹਾਂ ਰਿਹਾ ਕਿ ਹੁਣ ਤੱਕ ਵੀ ਮੈਂ ਐਵੇਂ ਦੀ ਹਾਂ ਕਿ ਜੋ ਮੈਂ ਪੜ੍ਹਦੀ ਹਾਂ, ਜੇ ਮੈਂ ਉਹਨੂੰ ਆਪਣੀ ਜ਼ਿੰਦਗੀ 'ਚ ਅਪਣਾ ਨਹੀਂ ਸਕਦੀ ਤਾਂ ਮੈਂ ਤੰਗ ਹੁੰਨੀ ਆ। ਮੇਰੇ ਲਈ ਪੜ੍ਹਨ ਦਾ ਅਰਥ ਹੈ ਜਿਉਣਾ। ਮੈਨੂੰ ਚਾਹੇ ਸਕੂਲ ਦਾ ਸਿਲੇਬਸ ਸੀ, ਚਾਹੇ ਹੁਣ ਤੱਕ ਵੀ, ਮੇਰੇ ਤੋਂ ਦੋਗਲੀਆਂ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ। ਵੀ ਮੈਂ ਜਿਵੇਂ ਆਮ ਹੀ ਕਈ ਵਾਰ ਜ਼ਿੰਦਗੀ 'ਚ ਇਹੋ ਜਿਹੀਆਂ ਸਥਿਤੀਆਂ ਆਉਂਦੀਆਂ ਕਿ ਕੁਝ ਦੋਸਤ ਕਹਿੰਦੇ ਆ ਵੀ ਯਾਰ ਇਹ ਤਾਂ ਕਿਤਾਬੀ ਗੱਲਾਂ ਹੁੰਦੀਆਂ ਨੇ, ਜ਼ਿੰਦਗੀ 'ਚ ਥੋੜੀ ਐਵੇਂ ਹੁੰਦਾ। ਤੁਸੀਂ ਸਮਝ ਸਕਦੇ ਹੋਵੋਗੇ ਕਿ ਜਦੋਂ ਇੱਕ ਔਰਤ ਵਿਆਹ 'ਚ ਚਲੀ ਜਾਂਦੀ ਆ, ਉਹਦੇ ਸਾਹਮਣੇ ਕਿਸ ਤਰ੍ਹਾਂ ਦੀਆਂ ਚੀਜ਼ਾਂ। ਪਰ ਮੇਰੇ ਲਈ ਇਹ ਹਮੇਸ਼ਾ ਇੱਕ ਸਵਾਲ ਰਿਹਾ ਵੀ ਕੋਈ ਗੱਲਾਂ ਸਿਰਫ ਕਿਤਾਬੀ ਗੱਲਾਂ ਕਿਵੇਂ ਹੁੰਦੀਆਂ ਨੇ। ਮੈਂ ਐਵੇਂ ਜਿਉ ਨਹੀਂ ਸਕਦੀ। ਤੇ ਜਦੋਂ ਮੈਨੂੰ ਐਵੇਂ ਜਿਉਣਾ ਪੈਂਦਾ, ਮੈਂ ਤੰਗ ਹੁੰਨੀ ਆ, ਮੈਂ ਆਪਣਾ ਨੁਕਸਾਨ ਕਰਦੀ ਆ, ਮੈਂ ਉਹਦੇ 'ਚੋਂ ਰਸਤੇ ਲੱਭਦੀ ਆ, ਉਹਦੇ 'ਚੋਂ ਤਰੀਕੇ ਲੱਭਦੀ ਆ। ਮੇਰਾ ਐਜ਼ ਅ ਸਟੂਡੈਂਟ ਪੜ੍ਹਾਈ ਨਾਲ ਮੇਰਾ ਮਤਲਬ ਇਸ ਤਰ੍ਹਾਂ ਦਾ ਰਿਸ਼ਤਾ ਹੈ ਕਿ ਪੜ੍ਹਾਈ ਮੇਰੇ ਲਈ ਸਿਰਫ ਪੇਪਰਾਂ ਦਾ ਮਸਲਾ ਨਹੀਂ ਹੈ, ਪੜ੍ਹਾਈ ਮੇਰੇ ਲਈ ਸਿਰਫ ਰੱਟੇ ਲਾਉਣ ਦਾ ਮਸਲਾ ਨਹੀਂ ਹੈ, ਪੜ੍ਹਾਈ ਸਿਰਫ ਕਿਤਾਬਾਂ ਪੜ੍ਹਨ ਦਾ ਮਸਲਾ ਨਹੀਂ ਹੈ। ਪੜ੍ਹਾਈ ਇੱਕ ਸਟੂਡੈਂਟ ਹੋਣ ਦੇ ਨਾਤੇ ਮੇਰੇ ਲਈ ਜਿਉਣ ਦਾ ਮਸਲਾ ਹੈ। ਤੇ ਜੋ ਮੈਂ ਪੜ੍ਹਦੀ ਹਾਂ, ਜੇ ਮੈਂ ਉਹ ਜਿਉ ਨਹੀਂ ਸਕਦੀ ਤਾਂ ਮੈਨੂੰ ਲੱਗਦਾ ਨਹੀਂ ਕਿ ਮੈਂ ਪੜ੍ਹਿਆ ਹੋਇਆ। ਇਸੇ ਲਈ ਮੈਂ ਜਦੋਂ MPhil ਦੇ ਵਿੱਚ ਆਪਣਾ ਨਾਰੀਵਾਦ ਦਾ ਕੰਮ ਕੀਤਾ ਤਾਂ ਮੇਰੇ ਕੁਝ ਰਿਸ਼ਤੇ ਖਰਾਬ ਹੋਏ। ਮੈਂ ਐਂ ਕਰ ਹੀ ਨਹੀਂ ਸਕਦੀ ਸੀ ਕਿ ਮੈਂ ਜਿਹੜੀ ਚੀਜ਼ ਪੜ੍ਹ ਰਹੀ ਹਾਂ ਉਹਨੂੰ ਜਿਉਣਾ ਰਹੀ ਹੋਵਾਂ। ਮੈਨੂੰ ਲੱਗਦਾ ਸੀਗਾ ਕਿ ਕੁਛ ਮੈਂ ਔਖੀ ਹੋਣਾ, ਮੈਂ ਤੰਗ ਹੋਣਾ ਸ਼ੁਰੂ ਹੋ ਜਾਂਦੀ ਸੀ। ਫਿਰ ਮੈਂ PhD ਦੇ ਵਿੱਚ ਜਦੋਂ ਪ੍ਰਤੀਰੋਧ ਬਾਰੇ ਪੜ੍ਹ ਤੇ ਲਿਖ ਰਹੀ ਸੀ ਤਾਂ ਮੇਰੀ ਜ਼ਿੰਦਗੀ 'ਚ ਨਾਲ ਬਹੁਤ ਕੁਝ ਘਟਿਤ ਹੋ ਰਿਹਾ ਸੀ। ਮੇਰੀ ਪੜ੍ਹਾਈ ਨੇ ਮੈਨੂੰ ਬਹੁਤ ਤੰਗ ਕੀਤਾ, ਬਹੁਤ ਖੁਆਰ ਕੀਤਾ, ਬਹੁਤ ਖੱਜਲ ਕੀਤਾ। ਪੜ੍ਹਾਈ ਨੇ ਮੈਨੂੰ ਕਦੇ ਵੀ ਸੌਖਾ ਨਹੀਂ ਰਹਿਣ ਦਿੱਤਾ। ਤੇ ਕਿਉਂਕਿ ਮੇਰੇ ਲਈ ਇਹ ਫਿਰ ਜਿਉਣ ਦਾ ਸਵਾਲ ਹੈ। ਤੇ ਜਦੋਂ ਤੁਸੀਂ ਜਿਉਣੇ ਹੋ, ਕਈ ਲੋਕ ਬਹੁਤ ਆਸਾਨੀ ਨਾਲ ਇਸ ਚੋਂ ਨਿਕਲ ਜਾਂਦੇ ਨੇ ਕਿ ਕੁਝ ਚੀਜ਼ਾਂ ਸਿਰਫ ਕਿਤਾਬੀ ਹੁੰਦੀਆਂ ਨੇ, ਉਹਨਾਂ ਦਾ ਲਾਈਫ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰ ਮੈਨੂੰ ਐਵੇਂ ਜਿਉਣਾ ਨਹੀਂ ਆਉਂਦਾ। ਇਹ ਮੈਂ ਐਂਡ ਤੇ ਐਜ਼ ਅ ਸਟੂਡੈਂਟ ਗੱਲ ਕਰਨਾ ਚਾਹੁੰਦੀ ਸੀ। ਤੇ ਇੱਕ ਹੋਰ ਗੱਲ ਕਿ ਮੈਨੂੰ ਕਿਹੋ ਜਿਹੇ ਅਧਿਆਪਕ ਪਸੰਦ ਨੇ। ਮੈਂ ਹਮੇਸ਼ਾ ਹੀ ਉਹਨਾਂ ਅਧਿਆਪਕਾਂ ਤੋਂ ਵੱਧ ਸਿੱਖਿਆ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ, ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ, ਜਿਨ੍ਹਾਂ ਨੇ ਮੈਨੂੰ ਮੁਹੱਬਤ ਕੀਤੀ ਤੇ ਜਿਨ੍ਹਾਂ ਨੇ ਮੇਰੇ ਤੋਂ ਆਸਾਂ ਕੀਤੀਆਂ, ਮੇਰੇ ਤੋਂ ਉਮੀਦਾਂ ਕੀਤੀਆਂ। ਮੈਨੂੰ ਯਾਦ ਹੈ ਕਿ ਮੇਰੇ MPhil ਦੇ ਗਾਈਡ ਸੀਗੇ ਡਾਕਟਰ ਬੂਟਾ ਸਿੰਘ ਬਰਾੜ। MA 'ਚ ਵੀ ਉਹ ਮੈਨੂੰ ਪੜ੍ਹਾਉਂਦੇ ਸੀ। ਗੁਰੂ ਨਾਨਕ ਦੇਵ ਹੋਣਾ ਵਾਲਾ ਪੇਪਰ ਡਾਕਟਰ ਬਰਾੜ ਪੜ੍ਹਾਉਂਦੇ ਸੀ। ਮੈਂ ਬਹੁਤ ਮਤਲਬ ਖੱਪੀ ਸਟੂਡੈਂਟ ਸੀ। ਕਦੇ ਵੀ ਰੀਜਨਲ ਸੈਂਟਰ 'ਚ ਅਸੀਂ ਤੁਰੇ ਫਿਰਦੇ ਤੇ ਮੈਂ ਕਿਤੇ ਵੀ, ਮਤਲਬ ਮੇਰੇ ਬਾਰੇ ਇਹ ਮਸ਼ਹੂਰ ਸੀ ਕਿ ਉੱਥੇ ਬੈਠੀ ਚਾਹ ਪੀ ਜਾਂਦੀ ਹੋਣੀ ਹੈ ਕੈਂਟੀਨ ਤੇ, ਪਤਾ ਨਹੀਂ ਕਿੱਥੇ ਹੋਊਗੀ ਉਹ, ਤੇ ਕਿਤੇ ਗੱਪਾਂ ਮਾਰ ਰਹੀ ਹੋਊਗੀ। ਤਾਂ ਉਹ ਸਰ ਨੇ ਆ ਕੇ ਬਾਕੀ ਸਾਰਿਆਂ ਨੂੰ ਕਹਿਣਾ ਵੀ ਦੇਖੋ ਤੁਸੀਂ ਸਾਰੇ ਜਾਣੇ ਘਰਾਂ 'ਚ ਜਾ ਕੇ ਪੜ੍ਹ ਲਿਆ ਕਰੋ, ਇਹਨੇ ਪਤਾ ਨਹੀਂ ਕਦੋਂ ਪੜ੍ਹ ਲੈਣਾ ਤੇ ਇਹਨੇ ਨੰਬਰ ਵੀ ਲੈ ਲੈਣੇ ਆ। ਤਾਂ ਮੇਰੇ ਲਈ ਜਿਵੇਂ ਬੂਟਾ ਸਿੰਘ ਬਰਾੜ ਹੋਣਾ ਨਾਲ ਮੇਰਾ ਬਹੁਤ ਮੋਹ ਸੀ, ਤਾਂ ਮੇਰੇ ਲਈ ਉਹਨਾਂ ਦਾ ਪੇਪਰ ਹਮੇਸ਼ਾ ਹੀ ਮੈਂ ਉਹਨਾਂ ਨੂੰ ਖੁਸ਼ ਕਰਨ ਲਈ ਪੜ੍ਹਨਾ ਹੁੰਦਾ ਸੀ। ਮੈਂ ਹਮੇਸ਼ਾ ਆਪਣੇ ਟੀਚਰਸ ਨੂੰ, ਜਿਨ੍ਹਾਂ ਨੇ ਮੇਰੇ ਤੋਂ ਆਸਾਂ ਕੀਤੀਆਂ, ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ, ਮੈਂ ਉਹਨਾਂ ਨੂੰ ਖੁਸ਼ ਕਰਨ ਲਈ ਪੜ੍ਹੀ ਕਿ ਉਹ ਮੇਰੇ ਤੋਂ ਉਮੀਦ ਕਰਦੇ ਨੇ। ਤੇ ਮੈਂ ਹੁਣ ਵੀ ਜਦੋਂ ਤੱਕ ਮੇਰੇ ਉਹ ਅਧਿਆਪਕ ਮੇਰੇ ਤੋਂ ਉਮੀਦਾਂ ਕਰਦੇ ਰਹਿਣਗੇ। ਮੇਰੇ PhD ਦੇ ਗਾਈਡ ਡਾਕਟਰ ਸੁਰਜੀਤ, ਉਹਨਾਂ ਬਾਰੇ ਮੈਂ ਕਹਿਣਾ ਹੋਵੇ ਤਾਂ ਮੈਂ ਇੱਕ ਵਾਕ 'ਚ ਕਹਿਣਾ ਹੋਵੇ ਕਿ ਜ਼ਿੰਦਗੀ ਹੁੰਦੀ ਕੀ ਹੈ, ਮੈਂ ਉਹਨਾਂ ਤੋਂ ਸਿੱਖਿਆ। ਗਿਆਨ ਦਾ ਬੰਦੇ ਦੇ ਜਿਉਣੇ ਨਾਲ ਕਿਹੋ ਜਿਹਾ ਸੰਬੰਧ ਹੋ ਸਕਦਾ, ਜਿਹੜੀ ਮੈਂ ਹੁਣੇ ਗੱਲ ਕਰ ਰਹੀ ਸੀ ਕਿ ਮੇਰੇ ਲਈ ਪੜ੍ਹਨਾ ਜਿਉਣ ਦਾ ਮਸਲਾ ਹੈ, ਤਾਂ ਇਹ ਮੈਂ ਉਹਨਾਂ ਤੋਂ ਸਿੱਖਿਆ। ਉਹਨਾਂ ਨੇ ਮੇਰੀ ਜ਼ਿੰਦਗੀ 'ਚ ਬਹੁਤ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ। ਮੈਂ ਬਹੁਤ ਸਧਾਰਨ ਜੀ ਕੁੜੀ ਸੀ। ਮੈਂ ਆਪਣੀ ਇੱਕ ਕਵਿਤਾ ਵੀ ਸਵਾਲਾਂ ਦੇ ਸਨਮੁਖ 'ਚ ਲਿਖੀ ਹੋਈ ਆ ਕਿ ਗੁਰੂਦੇਵ ਮੈਥੋਂ ਬਹੁਤੀਆਂ ਆਸਾਂ ਨਾ ਕਰਿਆ ਕਰੋ, ਮੈਂ ਬਹੁਤ ਸਧਾਰਨ ਜੀ ਕੁੜੀ ਹਾਂ, ਹਨਾ। ਤਾਂ ਉਸ ਸਧਾਰਨ ਕੁੜੀ ਨੂੰ ਜੋ ਵੀ ਬਣਾਇਆ, ਮੈਨੂੰ ਲੱਗਦਾ ਹੁੰਦਾ ਉਹਦੇ 'ਚ ਡਾਕਟਰ ਸੁਰਜੀਤ ਹੋਣਾ ਦਾ ਬਹੁਤ ਰੋਲ ਹੈ। ਉਹਨਾਂ ਨੇ ਮੈਨੂੰ ਜਿਉਣਾ ਸਿਖਾਇਆ।
ਤਾਂ ਇਸ ਲਈ ਟੀਚਰ ਦੀ ਸਟੂਡੈਂਟ ਲਾਈਫ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਹਰਪ੍ਰੀਤ ਕਹਿ ਰਿਹਾ ਵੀ ਤੁਸੀਂ ਆਪਣੀ ਕਵਿਤਾ ਸੁਣਾ ਕੇ ਜਾਇਓ। ਹਰਪ੍ਰੀਤ ਮੈਨੂੰ ਲੱਗਦਾ ਟਾਈਮ ਬਹੁਤ ਹੋ ਗਿਆ ਤੇ ਆਪਾਂ ਕਵਿਤਾ ਵਾਲਾ ਰਹਿਣ ਦੀਏ, ਹਨਾ। ਮੈਂ ਆਪਣੇ ਸਟੂਡੈਂਟਸ ਲਈ ਕੁਝ ਕਵਿਤਾਵਾਂ ਲਿਖੀਆਂ ਹੋਈਆਂ, ਪਰ ਇਸ ਵੇਲੇ ਮੇਰੇ ਕੋਲ ਅਸਲ 'ਚ ਮੈਂ ਆਪਣੀ ਕਵਿਤਾ ਦੀ ਕਿਤਾਬ ਲੈ ਕੇ ਨਹੀਂ ਬੈਠੀ, ਨਹੀਂ ਮੈਂ ਤੁਹਾਨੂੰ ਕੋਈ ਇੱਕ ਅੱਧੀ ਕਵਿਤਾ ਉਹਦੇ 'ਚ ਜ਼ਰੂਰ ਸੁਣਾ ਦਿੰਦੀ। ਖਤਰਨਾਕ ਔਰਤ ਵਾਲੀ ਕਵਿਤਾ ਤੁਸੀਂ ਸਾਰਿਆਂ ਨੇ ਸੁਣੀ ਹੋਈ ਆ। ਸੋ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀ ਕੁ ਗੱਲ ਕਰ ਪਾਈ ਆ। ਜਦੋਂ ਮੈਂ ਸਟੂਡੈਂਟ ਹੋਣ ਦੇ ਅਰਥਾਂ ਬਾਰੇ ਖੋਜ ਰਹੀ ਸੀ, ਲਾਸਟ ਗੱਲ ਜਿੱਥੇ ਮੈਂ ਆਪਣੀ ਗੱਲ ਖਤਮ ਕਰਨ ਬਾਅਦ ਪੇਨਸ ਲੈਣੀਆਂ ਹੁੰਦੀਆਂ ਨੇ। ਸਟੂਡੈਂਟ ਹੋਣ ਦਾ ਅਰਥ ਹੈ ਇਹ ਗਿਆਨ ਦੇ ਰਾਹ 'ਚ, ਸੱਚ ਦੀ ਖੋਜ 'ਚ, ਜ਼ਿੰਦਗੀ ਕੀ ਹੈ ਇਹਦੇ ਅਰਥ ਲੱਭਣ ਲਈ ਵਿਦਿਆਰਥੀ ਨੇ ਬਹੁਤ ਸਾਰੀ ਪੇਨ ਜਿਉਣੀ ਹੁੰਦੀ ਆ। ਤੇ ਕੀ ਜਦੋਂ ਸਾਡੇ ਵਿਦਿਆਰਥੀ ਨੇ ਜਿਹੜੇ ਉਹ ਇਸ ਪੇਨ ਨਾਲ ਉਹਨਾਂ ਦਾ ਕਿਸ ਕਿਸਮ ਦਾ ਰਿਸ਼ਤਾ ਬਣਦਾ, ਇਸ ਮਿਹਨਤ ਨਾਲ ਉਹਨਾਂ ਦਾ ਕਿਸ ਕਿਸਮ ਦਾ ਰਿਸ਼ਤਾ ਬਣਦਾ ਹੋਊਗਾ, ਤੇ ਅਸੀਂ ਉਹਨਾਂ ਨੂੰ ਕਿੰਨਾ ਕੁ ਸਮਝ ਪਾਉਣੇ ਆ, ਇਹ ਸਾਡੇ ਸਾਹਮਣੇ ਵੱਡੇ ਮਸਲੇ ਆ। ਮੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਕੁ ਇਨਸਾਫ ਕਰ ਸਕੀ ਆ ਆਪਣੀ ਗੱਲਬਾਤ ਦੇ ਨਾਲ, ਪਰ ਮੈਂ ਕੋਸ਼ਿਸ਼ ਕੀਤੀ ਕਿ ਕੁਝ ਕੁ ਗੱਲਾਂ ਕਰ ਪਾਵਾਂ। ਉਹਦੇ ਚੋਂ ਜੇ ਚੰਗੀ ਲੱਗੀ ਕੋਈ ਤੁਸੀਂ ਜ਼ਰੂਰ ਰੱਖ ਲਿਓ, ਜੇ ਮਾੜੀ ਲੱਗੀ ਤਾਂ ਛੱਡ ਦਿਓ। ਸ਼ੁਕਰੀਆ ਦੋਸਤੋ, ਬੀਇੰਗ ਆ ਸਟੂਡੈਂਟ ਪੇਜ ਦੇ ਸਾਰੇ ਦੋਸਤਾਂ ਦਾ, ਤੇ ਉਸ ਤੋਂ ਬਿਨਾਂ ਜਿਹੜੇ ਮਿੱਤਰ ਲਗਾਤਾਰ ਸੁਣਦੇ ਰਹੇ ਨੇ, ਸਿਰੜੀ ਜੀ, ਜਸਦੀਪ ਗਿੱਲ, ਕੁਲਦੀਪ ਬੰਗੀ ਸੁਣ ਰਹੇ ਨੇ, ਤੇ ਕਾਕੜਾ ਸੁਣ ਰਹੇ ਨੇ, ਹਰਮੀਤ ਮੇਰੀ ਬਹੁਤ ਪਿਆਰੀ ਕੁਲੀਗ ਹੈ ਜਿਹੜੀ ਸੁਣ ਰਹੀ ਆ, ਮਾਲਦੀਪ ਸੁਣ ਰਹੇ ਆ, ਸੁਖਜਿੰਦਰ ਸੁਣ ਰਹੇ ਨੇ। ਸੋ ਮੈਂ ਜਿਨ੍ਹਾਂ ਦਾ ਨਾਮ ਨਹੀਂ ਵੀ ਲੈ ਪਾਈ ਹੋਊਂਗੀ, ਸਾਰੇ ਦੋਸਤਾਂ ਦਾ ਕੋਈ ਮੇਰੀ PhD ਦਾ ਟੌਪਿਕ ਪੁੱਛ ਰਿਹਾ ਸੀਗਾ। PhD ਦਾ ਟੌਪਿਕ ਮੇਰਾ ਸਮਕਾਲੀ ਪੰਜਾਬੀ ਕਵਿਤਾ ਵਿੱਚ ਪ੍ਰਤੀਰੋਧ, ਕਾਵ ਭਾਸ਼ਾ ਅਤੇ ਵਿਚਾਰਧਾਰਾ ਦਾ ਅੰਤਰ ਸੰਵਾਦ, ਇਸ ਵਿਸ਼ੇ ਤੇ ਮੇਰਾ ਕੰਮ ਹੈ। ਸੋ ਠੀਕ ਹੈ ਦੋਸਤੋ, ਸ਼ੁਕਰੀਆ ਤੁਹਾਡਾ ਸਾਰਿਆਂ ਦਾ।